ਜਦੋਂ ਤੁਸੀਂ ਆਪਣੇ ਵਿਆਹ ਸ਼ਾਦੀਆਂ ਨੂੰ, ਆਪਣੇ ਪ੍ਰੋਗਰਾਮਾਂ ਨੂੰ ਛੱਡ ਦਿੱਤਾ, ਕਾਹਦੇ ਲਈ? ਯਹੋਵਾ ਦੇ ਲਈ। ਤੇ ਯਹੋਵਾ ਉਹ ਪਰਮੇਸ਼ਵਰ ਕੀ ਤੁਹਾਡੇ ਲਈ ਆਕਾਸ਼ ਨਹੀਂ ਖੋਲੇਗਾ? ਉਹ ਸਭ ਦੇਖਦਾ ਆ ਕਿ ਇਹ ਮੇਰੇ ਬੱਚੇ ਨੇ, ਮੈਂ ਇਹਨਾਂ ਨੂੰ ਹੁਣ ਬਲੈਸ ਕਰਾਂਗਾ। ਜਦੋਂ ਫਿਰ ਤੁਸੀਂ ਸਾਰੇ ਸੰਸਾਰ ਦੇ ਕੰਮਾਂ ਨੂੰ ਛੱਡ ਕੇ, ਪ੍ਰੋਗਰਾਮਾਂ ਨੂੰ ਛੱਡ ਕੇ ਪਰਮੇਸ਼ਵਰ ਦੇ ਵਿੱਚ ਵੱਧਦੇ ਹੋ, ਜਦੋਂ ਤੁਸੀਂ ਖੁਦਾ ਦੇ ਨਾਮ ਦੇ ਵਿੱਚ ਚੱਲਦੇ ਹੋ, ਤਾਂ ਪ੍ਰਭੂ ਤੁਹਾਡੇ ਤੇ ਇੰਨਾ ਖੁਸ਼ ਹੁੰਦਾ ਵਾ, ਸਾਡੇ ਸਾਰਿਆਂ ਦੇ ਉੱਤੇ, ਕਿ ਜੋ ਫਿਰ ਤੁਸੀਂ ਉਸ ਟਾਈਮ ਦੇ ਉੱਤੇ ਆਸ ਮੁਰਾਦ ਲੈ ਕੇ ਪਰਮੇਸ਼ਵਰ ਦੇ ਵੱਲ ਚੱਲਦੇ ਹੋ, ਤਾਂ ਪਰਮੇਸ਼ਵਰ ਤੁਹਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦੇਗਾ। ਹਾਲੇਲੂਇਆ। ਔਰ ਮੈਂ ਆਪਣੀ ਮਿਨਿਸਟਰੀ ਦੇ ਵੱਲੋਂ ਵੈਲਕਮ ਕਰਦਾ ਵਾਂ ਆਪ ਸਭ ਦਾ ਕਿ ਤੁਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਆਏ ਹੋ। ਇਸ ਜਗ੍ਹਾ ਤੇ ਬੈਠੇ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਬੱਚੇ, ਬਜ਼ੁਰਗ, ਸਭ ਨੂੰ ਪਿਆਰ ਭਰੀ ਜੈ ਮਸੀਹ ਦੀ, ਜੈ ਮਸੀਹ ਦੀ। ਖੁਦਾ ਤੁਹਾਨੂੰ ਬਹੁਤ ਵਧਾਵੇਗਾ, ਕਿਉਂਕਿ ਅੱਜ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਵੱਲ ਜਾ ਰਹੇ ਹਾਂ। ਸਭ ਨੇ ਆਰਾਧਨਾ ਦੇ ਵਿੱਚ ਬਹੁਤ ਆਨੰਦ ਲਿਆ। ਜੋ ਵੀ ਕੋਈ ਮੁਸ਼ਕਲਾਂ, ਪਰੇਸ਼ਾਨੀਆਂ ਸੀ, ਤੁਸੀਂ ਖੁਦਾ ਦੇ ਅੱਗੇ ਰੱਖੀਆਂ, ਤਾਂ ਉਹ ਸ਼ੱਕ ਨੂੰ ਬਾਹਰ ਕੱਢ ਦਈਏ ਕਿ ਪਤਾ ਨਹੀਂ ਮੇਰੀ ਫਰਿਆਦ ਸੁਣੀ ਗਈ ਜਾਂ ਨਹੀਂ ਸੁਣੀ ਗਈ। ਐਸਾ ਨਹੀਂ ਹੈ। ਜਦੋਂ ਤੁਸੀਂ ਖੁਦਾ ਦੇ ਘਰ ਦੇ ਵਿੱਚ ਆ ਗਏ, ਤਾਂ ਜੋ ਤੁਸੀਂ ਆਪਣੀ ਬਿਮਾਰੀ, ਆਪਣੀ ਪਰੇਸ਼ਾਨੀ ਲੈ ਕੇ ਆਏ, ਔਰ ਪਰਮੇਸ਼ਵਰ ਨੇ ਤੁਹਾਨੂੰ ਕਦੇ ਉਹ ਸ਼ਰਮਿੰਦਾ ਨਹੀਂ ਹੋਣ ਦੇਗਾ। ਉਹਨੇ ਉਹਦਾ ਅਜ਼ਰ ਤੁਹਾਨੂੰ, ਜੇ ਤੁਸੀਂ ਆਏ ਹੋ, ਉਹ ਦੇਣਾ ਹੀ ਦੇਣਾ ਆ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਪਰਮੇਸ਼ਵਰ ਮੇਰੇ ਖੁਦਾਵੰਦ ਦੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਕਿ ਅਸੀਂ ਬਾਹਰੀ ਦੁਨੀਆ ਨੂੰ ਬੜੇ ਗਿਆਨੀ, ਬੜੇ ਧਰਮੀ ਬਣ ਕੇ ਦਿਖਾਉਂਦੇ ਆ, ਪਰ ਖੁਦ ਅਸੀਂ ਧਰਮੀ ਨਹੀਂ ਹੁੰਦੇ ਨਹੀਂ ਐਸੇ ਜਿਹੋ ਜਿਹੇ ਅਸੀਂ ਬਾਹਰੋਂ ਦੇਖ ਰਹੇ ਹਾਂ। ਪਰ ਪਰਮੇਸ਼ਵਰ ਸਾਡੇ ਕੋਲੋਂ ਕੀ ਚਾਹੁੰਦਾ ਆ ਕਿ ਜਿਹੋ ਜਿਹੇ ਤੁਸੀਂ ਦਿਖ ਰਹੇ ਹੋ, ਉਹ ਅੰਦਰੋਂ ਉਹੋ ਜਿਹੇ ਹੋਣੇ ਚਾਹੀਦੇ ਹੋ। ਜੋ ਤੁਸੀਂ ਬਾਹਰੀ ਦੇਖਿਆ, ਉਹ ਅੰਦਰ ਤੁਹਾਡੇ ਵਿੱਚ ਉਹੀ ਕੁਝ ਹੋਵੇ। ਆਪਾਂ ਪਵਿੱਤਰ ਕਲਾਮ ਦੇ ਵਿੱਚ ਚੱਲਦੇ ਹਾਂ। ਯਕੂਬ 3:1 ਦੇ ਵਿੱਚ ਲਿਖਿਆ, ਯਕੂਬ ਕੱਢੀਏ ਲਾਸਟ ਉੱਤੇ ਜਾਣ ਕੇ 302 ਸਫਾ, ਔਰ 3:1 ਦੇ ਵਿੱਚ ਲਿਖਿਆ, ਮੈਂ ਪੜ੍ਹਦਾ ਹਾਂ। ਜਿਨ੍ਹਾਂ ਕੋਲ ਬਾਈਬਲਾਂ ਨਹੀਂ ਹੈਗੀਆਂ, ਉਹ ਇੱਦਾਂ ਕਰਿਆ ਕਰੋ, ਆਪਣੀ 1 ਨੰਬਰ 'ਤੇ ਪਹਿਲਾਂ ਬਾਈਬਲ ਜ਼ਰੂਰ ਹੋਣੀ ਚਾਹੀਦੀ ਆ। ਜਦੋਂ ਅਸੀਂ ਖੁਦਾ ਦੇ ਘਰ ਵਿੱਚ ਜਾਣਾ ਆ, ਬਾਈਬਲ ਹੋਣੀ ਚਾਹੀਦੀ। ਜਿਹਦੇ ਕੋਲ ਬਾਈਬਲ ਨਹੀਂ ਹੈਗੀ, ਉਹ ਮੈਨੂੰ ਦੱਸੋ, ਆਪਣਾ ਨਾਂ ਲਿਖਾਓ, ਉਹਨੂੰ ਬਾਈਬਲ ਮਿਲ ਜਾਏਗੀ। ਨੰਬਰ 2, 1 ਪੈਨ, 1 ਕਾਪੀ, 1 ਬਾਈਬਲ। 3 ਚੀਜ਼ਾਂ ਸਾਡੇ ਕੋਲ ਜ਼ਰੂਰੀ ਹੋਣੀਆਂ ਚਾਹੀਦੀਆਂ ਵਾ, ਕਿ ਪਤਾ ਨਹੀਂ ਪਰਮੇਸ਼ਵਰ ਨੇ ਅੱਜ ਵਚਨ ਦੇ ਦੁਆਰਾ ਜੋ ਤੁਹਾਡੇ ਨਾਲ ਗੱਲਬਾਤ ਕਰਨੀ ਆ, ਉਹਨੂੰ ਤੁਸੀਂ ਲਿਖ ਲਿਆ ਹੋਵੇਗਾ, ਤਾਂ ਉਹ ਵਚਨ ਤੁਹਾਨੂੰ ਹਮੇਸ਼ਾ ਯਾਦ ਰਹੇਗਾ। ਔਰ ਜਦੋਂ ਮੈਂ ਵੀ ਚਰਚ ਜਾਂਦਾ ਸੀ ਤੁਹਾਡੇ ਵਾਂਗ, ਤੇ ਮੈਂ ਪੂਰਾ ਵਚਨ ਲਿਖ ਲੈਂਦੇ ਹੁੰਦੇ। ਜਿਹੜੇ ਵਚਨ ਅਸੀਂ ਲਿਖੇ ਹੁੰਦੇ ਸੀ, ਉਹ ਸਾਨੂੰ ਯਾਦ ਰਹਿੰਦੇ ਸੀ। ਜਿਹੜਾ ਵਚਨ ਨਹੀਂ ਲਿਖਿਆ ਜਾਂਦਾ, ਉਦੋਂ ਹੁੰਦਾ ਸੀ ਵੀ ਚੇਤੇ ਹੀ ਆ, ਪਰ ਉਹ ਬਾਅਦ ਵਿੱਚ ਯਾਦ ਭੁੱਲ ਜਾਂਦੀ ਸੀ, ਉਹ ਚੇਤੇ ਨਹੀਂ ਰਹਿੰਦਾ। ਜੋ ਤੁਸੀਂ ਵਚਨ ਲਿਖਿਆ ਹੋਵੇਗਾ, ਉਹ ਤੁਹਾਨੂੰ ਯਾਦ ਰਹੇਗਾ ਕਿ ਇਸ ਟਾਈਮ ਦੇ ਉੱਤੇ ਇਸ ਵਚਨ ਦੇ ਦੁਆਰਾ ਪਰਮੇਸ਼ਵਰ ਨੇ ਸਾਡੇ ਨਾਲ ਗੱਲ ਕੀਤੀ ਸੀ। ਕਿਉਂਕਿ ਵਚਨ ਹੀ ਐਸਾ ਜਿਹੜਾ ਜ਼ਿੰਦਗੀਆਂ ਨੂੰ ਬਦਲਦਾ ਆ। ਵਚਨ ਹੀ ਸਾਡੀਆਂ ਜ਼ਿੰਦਗੀਆਂ ਨੂੰ ਬਦਲਦਾ ਆ। ਵਚਨ ਹੀ ਸਾਨੂੰ ਆਸੀਸ਼ ਦਿੰਦਾ ਆ। ਵਚਨ ਹੀ ਸਾਨੂੰ ਬਰਕਤ ਦਿੰਦਾ ਆ।
ਤਾਂ ਉਹ ਵਚਨ ਜਦੋਂ ਸਾਡੇ ਉੱਪਰੋਂ ਦੀ ਲੰਘ ਗਿਆ, ਤੁਸੀਂ ਹੁਣ ਤੁਹਾਨੂੰ ਯਾਦ ਰਹਿਣਾ ਵਾ, ਜਦੋਂ ਤੁਸੀਂ ਘਰ ਚਲੇ ਜਾਣਾ ਵਾ ਉਹ ਤੁਹਾਨੂੰ ਭੁੱਲ ਜਾਣਾ ਵਾ। ਇਸ ਲਈ ਮੈਂ ਬੇਨਤੀ ਕਰਦਾ ਵਾਂ ਕਿ ਅਗਲੇ ਸੰਡੇ ਨੂੰ ਤੁਹਾਡੇ ਕੋਲ ਪੈਨ ਕਾਪੀ ਔਰ ਬਾਈਬਲ ਹੋਣੀ ਬਹੁਤ ਜ਼ਰੂਰੀ ਆ। ਅਗਰ ਬਾਈਬਲ ਨਹੀਂ ਆ, ਤੁਸੀਂ ਮੈਨੂੰ ਦੱਸਣਾ, ਉਹ ਮੇਰੀ ਡਿਊਟੀ ਆ, ਔਰ ਪੈਨ ਕਾਪੀ ਲੈ ਕੇ ਆਉਣਾ ਉਹ ਤੁਹਾਡੀ ਡਿਊਟੀ ਆ। ਹਾਲੇਲੂਇਆ। ਬੱਚਾ ਸਕੂਲ ਦੇ ਵਿੱਚ ਜਾਂਦਾ ਤਾਂ ਜਦ ਉਹਦੇ ਕੋਲ ਬੁੱਕ ਨਹੀਂ ਹੋਵੇਗੀ ਤਾਂ ਟੀਚਰ ਉਹਦਾ ਕੀ ਹਾਲ ਕਰਦੀ ਆ ਉਹ ਤੁਹਾਨੂੰ ਪਤਾ। ਸਾਰਿਆਂ ਨੇ 2-2 4-4 ਸਾਲ ਤੋਂ ਲਾਈ ਹੋਣਗੇ। ਉਹਨੂੰ ਖੜਾ ਕਰ ਦਿੰਦੇ ਆ, ਸਾਰੀ ਦਿਹਾੜੀ ਉਹਨੂੰ ਖੜਾ ਰੱਖਦੇ ਆ, ਉਹਦੇ ਪੇਰੈਂਟਸ ਨੂੰ ਫੋਨ ਕਰਦੇ ਆ ਕਿ ਇਹਦੀ ਬੁੱਕਸ ਹੈ ਹੀ ਨਹੀਂ ਇਹਦੇ ਕੋਲੋਂ, ਸਕੂਲ ਕੀ ਲੈਣ ਆਇਆ ਤੂੰ। ਉਹ ਹੈ ਸਰੀਰਕ ਚੀਜ਼ਾਂ, ਇਹ ਹੈ ਆਤਮਿਕ ਸਕੂਲ। ਇੱਥੇ ਸਿੱਖਿਆ ਵਚਨ ਦੇ ਨਾਲ ਦਿੱਤੀ ਜਾਂਦੀ ਤੇ ਵਚਨ ਨੂੰ ਪਕੜ ਕਰਨਾ ਉਹ ਤੁਹਾਡੀ ਡਿਊਟੀ ਹੈ। ਹਾਲੇਲੂਇਆ। ਅਸਾਂ ਪਵਿੱਤਰ ਵਚਨ ਦੇ ਵਿੱਚ ਉਹ ਲਿਖਦਾ ਹੈ, ਯਾਕੂਬ 3:1 ਦੇ ਵਿੱਚ ਲਿਖਦਾ, ਹੇ ਮੇਰੇ ਭਰਾਵੋ ਬਾਹਲੇ ਉਪਦੇਸ਼ਕ ਨਾ ਬਣੋ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੇਕ ਸਜ਼ਾ ਮਿਲੇਗੀ। ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ, ਜੇ ਕੋਈ ਵਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਵੀ ਲਗਾਮ ਦੇ ਸਕਦਾ ਹੈ। ਹਾਲੇਲੂਇਆ। ਹੁਣ ਇੱਥੇ ਲਿਖ ਦਿੱਤਾ ਗਿਆ ਕਿ ਵਚਨ ਨੂੰ ਲਿਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਲਿਖੋਗੇ ਨਹੀਂ ਤੇ ਉਹਨੂੰ ਭੁੱਲ ਜਾਓਗੇ। ਸੋ ਇੱਥੇ ਲਿਖਿਆ ਕਿ ਅੱਜ ਅਸੀਂ ਸਭ ਲੋਕ ਬੈਠੇ ਹਾਂ ਤਾਂ ਅਸੀਂ ਧਰਮੀ ਮਹਿਸੂਸ ਹੋ ਰਹੇ ਹਾਂ, ਪਰ ਜਦੋਂ ਅਸੀਂ ਇੱਥੋਂ ਚਲੇ ਜਾਣਾ ਵਾ ਤਾਂ ਸਾਡੇ ਕੰਮ ਫੇਰ ਦੂਜੇ ਲੋਕਾਂ ਵਰਗੇ ਹੋ ਜਾਣੇ ਆ। ਜੋ ਨਹੀਂ ਕਹਿੰਦਾ ਬਾਹਲੇ, ਉਹ ਫਿਰ ਕੌਣ ਲੋਕ ਨੇ? ਉਹ ਬਾਲੇ ਉਪਦੇਸ਼ਕ ਨੇ। ਦੁਨੀਆ ਨੂੰ ਉਪਦੇਸ਼ ਦੇਣਾ ਤੇ ਆਪ ਅਸਰ ਨਾ ਕਰਨਾ, ਲੋਕਾਂ ਨੂੰ ਚਲਾਉਣਾ ਤੇ ਆਪ ਨਾ ਚੱਲਣਾ। ਪਰ ਕਲਾਮ ਦੇ ਵਿੱਚ ਲਿਖਿਆ ਵਾ, ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਬਾਹਲੀ ਸਜ਼ਾ ਮਿਲੇਗੀ। ਜੇ ਪਰਮੇਸ਼ਵਰ ਸਾਨੂੰ ਆਸੀਸ਼ਾਂ ਬਰਕਤਾਂ ਦੇਣੀਆਂ ਜਾਣਦਾ ਆ, ਤਾਂ ਜਦੋਂ ਅਸੀਂ ਉਹਦੇ ਵਚਨ ਤੋਂ ਉਲਟ ਚੱਲਦੇ ਹਾਂ ਤਾਂ ਉਹ ਸਜ਼ਾ ਵੀ ਦਿੰਦਾ ਆ। ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ, ਜੇ ਕੋਈ ਵਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ। ਉਹ ਸਿੱਧ ਪੁਰਸ਼ ਵਾ ਜਿਹੜਾ ਵਚਨ ਨੂੰ ਨਹੀਂ ਭੁੱਲਦਾ। ਅੱਜ ਇਹ ਪਤਾ ਲੱਗ ਜਾਵੇਗਾ ਕਿ ਅਸੀਂ ਕਿੱਥੋਂ ਧਰਮੀ ਹਾਂ ਤੇ ਕਿੱਥੇ ਨਹੀਂ ਧਰਮੀ। ਜਦੋਂ ਮੈਂ ਇਸ ਵਚਨ ਨੂੰ ਪੜ੍ਹਿਆ ਤਾਂ ਮੈਨੂੰ ਵੀ ਆਪਣੇ ਆਪ ਨੂੰ ਲੱਗਾ ਵੀ ਕਈਆਂ ਜਗ੍ਹਾ ਦੇ ਉੱਤੇ ਅਸੀਂ ਵੀ ਗੁੱਸੇ ਦੇ ਵਿੱਚ ਆਣ ਕੇ ਅਸੀਂ ਵੀ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ। ਲੇਕਿਨ ਕਦੇ ਵੀ ਕਿਸੇ ਵੀ ਇਨਸਾਨ ਨੇ ਇਹ ਨਿੰਗਾ ਕਿਹਾ ਕਿ ਮੇਰੀ ਗਲਤੀ ਆ, ਅਸੀਂ ਗਲਤ ਹਾਂ। ਬਸ ਉਹਨੇ ਹਰ ਇੱਕ ਨੇ ਇਹੋ ਹਮੇਸ਼ਾ ਕਿਹਾ ਵਾ ਵੀ ਜੇ ਉਹ ਮੇਰੇ ਨਾਲ ਇੱਦਾਂ ਨਾ ਕਰਦਾ, ਇੱਦਾਂ ਨਾ ਕਰਦੀ ਤੇ ਮੈਂ ਥੋੜ੍ਹੀ ਬੋਲਣਾ ਸੀ। ਬਸ ਉਹਦੇ ਤੇ ਦੋਸ਼ ਲਾ ਰਹੇ ਹੋ। ਪਰ ਬਾਈਬਲ ਕਹਿ ਰਹੀ ਆ ਕਿ ਵਚਨ ਤੁਹਾਡੇ ਲਈ ਹੈ। ਮੰਨੋ ਤੁਸੀਂ, ਕਿਉਂ ਤੁਸੀਂ ਮੰਨੋ, ਤੁਸੀਂ ਮੰਨ ਜਾਓ ਕਿ ਜੇ ਤੁਹਾਡਾ ਝਗੜਾ ਕਲੇਸ਼ ਕਿਸੇ ਨੇ ਤੁਹਾਨੂੰ ਬੁਰਾ ਕਿਹਾ ਤਾਂ ਉਹਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਸਮਝੋ ਕਿ ਮੇਰੇ ਵਿੱਚ ਗਲਤੀ ਹੋ ਸਕਦੀ ਹੈ। ਤੁਸੀਂ ਕਿਉਂ ਮੰਨ ਰਹੇ? ਕਿਉਂਕਿ ਤੁਹਾਨੂੰ ਰਿਲਾਈਜ਼ ਕੀਤਾ ਜਾ ਰਿਹਾ, ਰਿਲਾਈਜ਼ ਕਰੋ ਤੁਸੀਂ ਆਪਣੇ ਆਪ ਨੂੰ, ਤੁਹਾਨੂੰ ਦੱਸਿਆ ਜਾ ਰਿਹਾ। ਕਿਉਂਕਿ ਪਰਮੇਸ਼ਵਰ ਦਾ ਪਵਿੱਤਰ ਕਲਾਮ ਤੁਹਾਡੇ ਲਈ ਹੈ। ਕਿਉਂ? ਤੁਸੀਂ ਵਚਨ ਨੂੰ ਸੁਣਿਆ, ਤੁਸੀਂ ਚਾਨਣ ਦੇ ਵਿੱਚ ਹੋ। ਹਾਲੇਲੂਇਆ। ਨਾ ਬੱਚਿਆਂ ਤੇ ਕੰਟਰੋਲ ਕਰੋ। ਉਹ ਵਚਨ ਤੁਹਾਡੇ ਲਈ ਕਿਉਂ ਆ? ਕਿਉਂਕਿ ਤੁਸੀਂ ਚਾਨਣ ਦੇ ਵਿੱਚ ਹੋ। ਤੁਹਾਨੂੰ ਹਨੇਰੇ ਤੋਂ ਬਾਹਰ ਕੱਢ ਲਿਆ ਗਿਆ ਵਾ। ਔਰ ਜਿਨ੍ਹਾਂ ਨੇ ਵਚਨ ਨਹੀਂ ਸੁਣਿਆ ਉਹ ਲੋਕ ਹਨੇਰੇ ਦੇ ਵਿੱਚ ਹੈ। ਤੁਸੀਂ ਹਨੇਰੇ ਦੇ ਵਿੱਚ ਨਹੀਂ ਹੋ। ਇਸ ਲਈ ਕਿ ਉਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਆਪਾਂ ਚਾਨਣ ਦੇ ਵਿੱਚ ਵਾਂ। ਜੇ ਮੈਂ ਆਪਣਾ ਸੁਧਾਰ ਕਰ ਲਵਾਂ ਤਾਂ ਹੋ ਸਕਦਾ ਵਾ ਕਿ ਮੈਂ ਇਹ ਗਲਤੀ ਦੁਬਾਰਾ ਇਹ ਕੰਮ ਨਾ ਗਲਤ ਹੋਵੇ।
क्योंकि भुल्लनहार हाँ, जे कोई वचन विच ना भुल्ले तो वह सिद्ध संपूर्ण है ते सारी देही नूं लगाम दे सकदा वा। हालेलुया। वो अपने पूरे शरीर नूं कंट्रोल कर सकदा वा, अपनी देही नूं लगाम दे सकदा वा, जे वो अपने वचन दे उत्ते चले कि वचन मैनू की कह रहा वा। मैं कौन हाँ? मैं बपतिस्मा पाया होया, तोबा कीती होई, परमेश्वर दी बेटी हाँ, मैं परमेश्वर दा बेटा हाँ। मैं दूसरे हनेरे दे विच लोकां दे अगे सिर नहीं अरावांगा। अपने आप नूं सुधारन दी कोशिश करिए तां की कहंदा कहंदा वो सारा कुछ लगाम दे किवें सकदे आ? अपनी जबान नूं कंट्रोल विच रख के। ਜਦੋਂ ਅਸੀਂ ਆਪਣੀ ਜ਼ਬਾਨ ਨੂੰ ਕੰਟਰੋਲ ਕਰਾਂਗੇ ਤਾਂ ਤੁਸੀਂ ਆਪਣੀ ਦੇਹੀ ਨੂੰ ਲਗਾਮ ਦੇ ਸਕਦੇ ਹੋ, ਆਪਣੇ ਸਰੀਰ ਨੂੰ ਕੰਟਰੋਲ ਕਰ ਸਕਦੇ ਹੋ। ਕਿਵੇਂ? ਜ਼ਬਾਨ ਦੇ ਦੁਆਰਾ। ਅੱਗੇ ਵਚਨ ਲਿਖਿਆ ਕਿ ਜਿਵੇਂ ਘੋੜੇ ਨੂੰ ਕਹਿੰਦਾ ਲਗਾਮ ਦਿੱਤੀ ਜਾਂਦੀ ਹੈ, ਜਿੱਧਰ ਨੂੰ ਚਾਹੋ ਉਹਨੂੰ ਉਧਰ ਨੂੰ ਹੀ ਖਿੱਚ ਕੇ ਲੈ ਜਾਂਦੇ ਹੋ। ਕਿਉਂ? ਕਿ ਉਹਨੂੰ ਲਗਾਮ ਜਾਰੀ ਹੋਈ ਹੈ, ਉਹ ਤੁਹਾਡੇ ਕੰਟਰੋਲ ਦੇ ਵਿੱਚ ਹੈ। इसी तरह परमेश्वर भी ये चाहता वा कि तुसी मेरे धीआं ते पुत्र हो, और मैं भी चाहना कि तुसी अपनी जबान नूं लगाम दे लो, अपने शरीर नूं कंट्रोल कर लो। जिन्ने समय तक तुसी अपनी जबान नूं असी लगाम नहीं दिती ते असी अपने आप दे परमेश्वर दे कंट्रोल दे विच नहीं है। फिर 4 ਦੇ ਵਿੱਚ ਲਿਖਦਾ, ਵੇਖੋ ਜਹਾਜ਼ ਵੀ ਭਾਵੇਂ ਕਿੱਡੇ ਵੱਡੇ ਹਨ ਅਤੇ ਡਾਢੀਆਂ ਹਨੇਰੀਆਂ ਨਾਲ ਉਡਾਏ ਜਾਂਦੇ ਹਨ, ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਰਜੀ ਜੀ ਕਰੇ ਉਹਨੂੰ ਮੋੜ ਲਵੋ। ਇਸੇ ਪ੍ਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ, ਪਰ ਵੱਡੇ ਵੱਡੇ ਫੌਰ ਮਾਰ ਜਾਂਦੀ ਹੈ। ਝੂਠ ਹੀ ਬੋਲੀ ਜਾਣਾ ਆ। वो जी जबान है वो तुहाडी नहीं रुक रही, वड्डे वड्डे फौर मारती है, मैं वो कर दांगा, मैं जे कर सकते, पर कर नहीं सकते। अपनी पहचान करो कि असीं कित्थे खड़े हैं। परमेश्वर तुहानू कढेगा। अगे जाके वचन बड़ा क्लीयर होवेगा। खुदा कह रहा तुहानू कुछ भी करने की जरूरत नहीं हैगी, तुसीं अपने आप नू संभालो। करना कराउणा वो मेरे हथ विच है। उस 7 ਦੇ ਵਿੱਚ ਲਿਖਦਾ, क्योंकि परमेश्वर ने इनसान ਨੂੰ ਇੰਨਾ ਪਿਆਰ ਕੀਤਾ, ਅਸੀਂ ਇਹਨਾਂ ਵਿਤਕਰਿਆਂ ਦੇ ਵਿੱਚ ਆਪਣੇ ਆਪ ਦੀ ਪਹਿਚਾਨ ਭੁੱਲ ਗਏ। ਔਰ ਉਤਪਤ ਦੇ ਵਿੱਚ ਲਿਖਿਆ ਵਾ ਕਿ ਜਦੋਂ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ, ਉਹਦੀ 1 ਦੀ 26 ਤੇ 27 ਦੇ ਵਿੱਚ ਲਿਖਦਾ ਵਾ ਕਿ ਜਦੋਂ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਤਾਂ ਸਾਰਾ ਕੁਝ ਉਹਦੇ ਅੰਡਰ ਕਰ ਦਿੱਤਾ। ਹਾਲੇਲੂਇਆ। ਇਨਸਾਨ ਦੇ ਅੰਡਰ ਕਰ ਦਿੱਤਾ। ਕਹਿੰਦਾ ਸਾਰੀਆਂ ਚੀਜ਼ਾਂ ਦੇ ਉੱਤੇ ਤੇਰਾ ਅਧਿਕਾਰ ਹੋਵੇਗਾ। क्यों? क्योंकि परमेश्वर ने इंसान नूं अपने हत्थां दे नाल तैयार कीता सी, उन्हों इन्नी वड्डी पावर दे दिती गई सी। लेकिन जदों तुसी इंसान जे वचन दे नाल चलूंगे ते वचन की कहंदा, कहंदा जदों तुसीं किसी इंसान नूं सराप दिंदे हो, किसी नूं बुरा कहंदे हो, तां तुसी परमेश्वर नूं सराप दिंदे हो। क्योंकि तुसी परमेश्वर दी बनाई होइयां चीज़ां दा, बनाया होइयां लोकां दा सत्कार नहीं करते। ये ज्ञान तुहाडे कोल है, ये तुहानू ज्ञान तो बुद्धि परमेश्वर ने दिती हुई है। अपने अंदरों ईर्खा बेईमानी तुसी कदों बाहर कढोगे? कदों किसी दा बुरा कोई कर रहा वा तो उहनूं ठावां जवाब दे रहे हो? तुसी परमेश्वर दे विच नहीं हो, तुसी खुदा दे धर्मी नहीं हो। क्योंकि जंगली जानवरां अते पंछियां अते घिसन वाले अते जल जंतुआं दी हरेक जात मनुख जात दे वस विच कीती जांदी है, सगों कीती भी गई है। हालेलुया।
ਹੁਣ ਹਰ ਚੀਜ਼ ਪਰਮੇਸ਼ਵਰ ਨੇ ਮਨੁੱਖ ਦੇ ਅੰਦਰ ਕਿਉਂ ਕੀਤੀ ਆ? ਕਿਉਂਕਿ ਮਨੁੱਖ ਨੂੰ ਪਰਮੇਸ਼ਵਰ ਨੇ ਆਪ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ। ਉਹ ਮਨੁੱਖ ਨੂੰ ਪਰਮੇਸ਼ਵਰ ਇੰਨਾ ਪਿਆਰ ਕਰਦਾ ਆ। ਪਰ ਤੁਸੀਂ ਚਾਨਣ ਦੇ ਵਿੱਚੋਂ ਇਹ ਤੁਹਾਨੂੰ ਸਮਝਾਇਆ ਜਾ ਰਿਹਾ ਕਿ ਇਨਸਾਨ ਕਿਸੇ ਵੀ ਤਰ੍ਹਾਂ ਦਾ ਵਾ, ਉਹਦੀ ਕਦਰ ਕਰੋ। ਜਦੋਂ ਤੁਸੀਂ ਉਹਨੂੰ ਬੁਰਾ ਬੋਲੋਗੇ, ਤੁਸੀਂ ਉਹਨੂੰ ਸਰਾਪ ਦਿੰਦੇ ਹੋ, ਉਹਨੂੰ ਗਾਲਾਂ ਕੱਢਦੇ ਹੋ, ਉਹਨਾਂ ਈਰਖਾ ਕਰਦੇ ਹੋ, ਉਹਨੂੰ ਪਿਆਰ ਨਹੀਂ ਕਰਦੇ, ਆਪਣੇ ਅੰਦਰ ਜਲਨ ਰੱਖਦੇ ਹੋ, ਈਰਖਾ ਰੱਖਦੇ ਹੋ, ਤਾਂ ਵਚਨ 'ਚ ਲਿਖਿਆ ਕਿ ਤੁਸੀਂ ਪਰਮੇਸ਼ਵਰ ਨੂੰ ਸਰਾਪ ਦਿੰਦੇ ਹੋ, ਪਰਮੇਸ਼ਵਰ ਨੂੰ ਗਾਲਾਂ ਕੱਢਦੇ ਹੋ। ਠੀਕ ਕਿ ਪਰਮੇਸ਼ਵਰ ਨੇ ਵਾਰ-ਵਾਰ ਇਹ ਗੱਲ ਦੱਸੀ ਕਿ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ। ਪਰ ਅਸੀਂ ਰਿਸ਼ਤਿਆਂ ਦੇ ਵਿੱਚ ਆਣ ਕੇ ਉਹਨਾਂ ਨੂੰ ਭੁੱਲ ਜਾਂਦੇ, ਆਪਣੇ ਗਵਾਂਢੀ ਨੂੰ ਗਾਲਾਂ, ਰਿਸ਼ਤੇਦਾਰ ਨੂੰ ਬੁਰਾ ਭਲਾ। ਉਹ ਕਿਸ ਹਾਲਾਤ ਵਿੱਚ ਵਾ? ਜੇ ਤੁਸੀਂ ਉਹਦੀ ਦੁਆ ਕਰ ਸਕਦੇ ਹੋ, ਉਹਦਾ ਭਲਾ ਮੰਗ ਸਕਦੇ ਹੋ, ਤਾਂ ਜ਼ਰੂਰ ਕਰੋ। ਅੱਗੇ ਜਾ ਕੇ ਕਲਾਮ ਦੇ ਵਿੱਚ ਲਿਖਿਆ, ਕਹਿੰਦਾ ਕਿ ਸਾਰਾ ਕੁਝ ਜਿਹੜਾ ਸੀ ਨਾ, ਇਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਨੇ ਹਰ ਜਨੌਰ, ਜੀਵ ਜੰਤੂ, ਪੰਛੀ, ਕਿਸਨ ਵਾਲੇ, ਜਲ ਜੰਤੂ, ਜਿਹੜੇ ਦੂਸਰੇ ਜੰਤੂ, ਇਹਨਾਂ ਸਾਰਿਆਂ ਦੇ ਉੱਤੇ ਮਨੁੱਖ ਨੂੰ ਜਾਤ ਦੇ ਵਸ ਵਿੱਚ ਕੀਤਾ ਵਾ। ਮਨੁੱਖ ਨੂੰ ਪਾਵਰ ਦਿੱਤੀ ਆ ਕਿ ਤੁਸੀਂ ਉਹਨਾਂ ਦੇ ਅਧਿਕਾਰ ਆ, ਤੁਹਾਨੂੰ ਅਧਿਕਾਰ ਦਿੱਤਾ ਗਿਆ, ਉਹ ਤੁਹਾਡੇ ਅੰਡਰ ਕੀਤੀਆਂ ਗਈਆਂ ਸਾਰੀਆਂ ਚੀਜ਼ਾਂ। ਪਰ ਫਿਰ ਜਾ ਕੇ 9 ਦੇ ਵਿੱਚ ਲਿਖਦਾ, ਇਸੇ ਨਾਲ ਅਸੀਂ ਪ੍ਰਭੂ ਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ। ਕਿਉਂ ਮੁਬਾਰਕ ਕਹਿੰਦੇ ਹੋ ਪਰਮੇਸ਼ਵਰ ਨੂੰ? ਕਿਉਂ ਅਸੀਂ ਹਰ ਵਕਤ ਮੁਬਾਰਕ ਕਹੀਏ? ਕਿਉਂਕਿ ਉਹ ਮੁਬਾਰਕ ਹੈ। ਹਰ ਵਕਤ ਜਿਸ ਹਾਲਾਤ ਵਿੱਚ ਉਹਦਾ ਧੰਨਵਾਦ ਕਰੋ। ਇਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ। ਹਾਲੇਲੂਇਆ। ਹੁਣ ਫਿਰ ਜਾ ਕੇ ਵਚਨ ਇਹ ਗੱਲ ਦੱਸ ਰਿਹਾ ਜਿਹੜੀ ਪਹਿਲਾਂ ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸੀ ਸੀ। ਕਹਿੰਦਾ ਪਰਮੇਸ਼ਵਰ ਦਾ ਘਰ ਬਹਿ ਕੇ, ਰੱਬਾ ਤੇਰਾ ਧੰਨਵਾਦ ਆ, ਤੂੰ ਮੈਨੂੰ ਉਹ ਦੇਤਾ, ਤੂੰ ਮੈਨੂੰ ਜੇ ਦੇਤਾ, ਰੱਬਾ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ। ਕਹਿੰਦਾ ਪਰਮੇਸ਼ਵਰ ਦਾ, ਇਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਟਕਾਰ ਦਿੰਦੇ ਹੋ। ਜਦੋਂ ਤੁਸੀਂ ਕਿਸੇ ਨੂੰ ਫਟਕਾਰਦੇ ਹੋ, ਅੱਜ ਦਾ ਵਚਨ ਸੁਣ ਕੇ ਮੈਨੂੰ ਵੀ ਡਰ ਲੱਗ ਰਿਹਾ ਕਿ ਅਸੀਂ ਵੀ ਕਈ ਵਾਰ, ਅਸੀਂ ਧਰਤੀ ਤੇ ਰਹਿੰਦੇ ਹਾਂ, ਲੋਕਾਂ 'ਚ ਉਚਰਦੇ ਹਾਂ, ਅਸੀਂ ਵੀ ਕਈ ਵਾਰ ਕਹਿ ਦਿੰਦੇ ਛੱਡੋ ਠਾਂ ਇਹ ਬੰਦਾ ਬੇਵਕੂਫ ਆ, ਛੱਡੋ ਠਾਂ ਇਸ ਬੰਦੇ ਨਾਲ ਗੱਲਾਂ ਕਰੋ, ਇਹਨੂੰ ਅਕਲ ਨਹੀਂ ਹੈਗੀ। ਨਹੀਂ, ਸਾਨੂੰ ਕੋਈ ਅਧਿਕਾਰ ਨਹੀਂ ਦਿੱਤਾ ਗਿਆ। ਉਸ ਰੱਬ ਨੇ ਹਰ ਇੱਕ ਨੂੰ ਬਣਾਇਆ, ਪਰ ਕਹਿੰਦਾ ਜੇ ਤੁਸੀਂ ਰੱਬ ਦਾ ਧੰਨਵਾਦ ਕਰਦੇ ਹੋ ਤੇ ਉਹਦੇ ਬਣਾਏ ਹੋਏ ਮਨੁੱਖਾਂ ਨੂੰ ਤੁਸੀਂ ਫਟਕਾਰਦੇ ਹੋ ਤਾਂ ਤੁਸੀਂ ਧਰਮੀ ਨਹੀਂ ਹੋ। ਆਪਾਂ ਕੀ ਬਣਨਾ ਆ? ਧਰਮੀ ਬਣਨਾ ਆ। ਅਸੀਂ ਉਹਦੇ ਧੀਆਂ ਤੇ ਪੁੱਤਰ ਬਣਨਾ, ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਕਦਰ ਕਰਨੀ ਹੈ। ਤਾਂ ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਟਕਾਰ ਨਿਕਲਦੀ ਹੈ। ਹੇ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਉਸੇ ਮੂੰਹ ਦੇ ਵਿੱਚੋਂ ਤੁਸੀਂ ਪਰਮੇਸ਼ਵਰ ਦਾ ਧੰਨਵਾਦ ਕੀਤਾ ਤੇ ਉਸੇ ਮੂੰਹ ਦੇ ਵਿੱਚੋਂ ਫਟਕਾਰਾਂ ਦਿੱਤੀਆਂ ਤੇ ਉਸੇ ਮੂੰਹ ਦੇ ਵਿੱਚੋਂ ਬਰਕਤ ਮੰਗੀ। ਐਦਾਂ ਹੋ ਸਕਦਾ? ਕਦੇ ਵੀ ਨਹੀਂ। ਇਸ ਲਈ ਕਿ ਅਸੀਂ ਬਰਕਤ ਜੇ ਮੰਗਣੀ ਆ ਉਸੇ ਮੂੰਹ ਦੇ ਨਾਲ, ਜਿਸ ਮੂੰਹ ਦੇ ਨਾਲ ਅੱਜ ਅਸੀਂ ਇਸ ਜਗ੍ਹਾ ਤੇ ਧੰਨਵਾਦ ਕਰ ਰਹੇ ਹਾਂ, ਪ੍ਰਭੂ ਦੀ ਮਹਿਮਾ ਕਰ ਰਹੇ ਹਾਂ, ਇਹੋ ਹੀ ਮੂੰਹ, ਇਹੋ ਹੀ ਸੋਚ, ਇਹੋ ਹੀ ਬੁੱਧ ਲੈ ਕੇ ਆਪਾਂ ਆਪਣੇ ਘਰਾਂ 'ਚ ਜਾਣਾ ਵਾ ਤੇ ਉੱਥੇ ਜਾ ਕੇ ਵੀ ਅੱਜ ਤੋਂ ਬਾਅਦ ਇਹ ਚੇਂਜ ਕਰ ਦੇਣਾ ਵਾ, ਨਹੀਂ ਮੈਂ ਗਾਲ ਨਹੀਂ ਕੱਢਾਂਗਾ ਕਿਉਂਕਿ ਮੈਂ ਪਰਮੇਸ਼ਵਰ ਦੇ ਨਾਲ ਵੈਰ ਨਹੀਂ ਕਮਾਉਣਾ ਚਾਹੁੰਦਾ, ਮੈਂ ਪਰਮੇਸ਼ਵਰ ਦੇ ਨਾਲ ਵੈਰ ਨਹੀਂ ਕਮਾਉਣਾ ਚਾਹੁੰਦੀ ਕਿਉਂਕਿ ਯਹੋਵਾ ਨੇ ਮੇਰਾ ਅਰੇਂਜਮੈਂਟ ਕੀਤਾ ਹੋਇਆ ਵਾ। ਬਸ ਆਪਣੇ ਆਪ ਨੂੰ ਹੀਰੇ ਬਣਾ ਲਓ। ਜ਼ਬਾਨ ਨੂੰ ਪਹਿਲਾਂ ਸੋਚੋ, ਗੱਲ ਨੂੰ ਸੁਣੋ ਚੰਗੇ ਗੌਰ ਦੇ ਨਾਲ, ਹੌਲੀ ਜਿਹੀ ਨਾਲ ਉਹਦਾ ਉੱਤਰ ਦਵੋ ਤਾਂ ਸਭੋ ਕੁਝ ਹੋ ਜਾਏਗਾ। ਫਿਰ 13 ਦੇ ਵਿੱਚ ਉਹ ਲਿਖਦਾ ਹੈ, ਤੁਹਾਡੇ ਵਿੱਚ ਬੁੱਧਵਾਨ ਤੇ ਸਿਆਣਾ ਕਿਹੜਾ ਹੈ? ਹਾਲੇਲੂਇਆ। ਅੱਜ ਪ੍ਰਭੂ ਇੱਕ ਇੱਕ ਪੁਆਇੰਟ ਉੱਤੇ ਤੁਹਾਨੂੰ ਦੱਸ ਰਿਹਾ। ਪਹਿਲਾਂ ਕੀ ਦੱਸਿਆ ਕਿ ਤੁਹਾਡੇ ਮੂੰਹ ਦੇ ਵਿੱਚ
ਗਾਲਾਂ ਤੁਹਾਡੇ ਉਸੇ ਮੂੰਹ ਚੋਂ ਫਟਕਾਰਾਂ, ਉਸੇ ਮੂੰਹ ਤੋਂ ਬਰਕਤ ਮੰਗ ਰਹੇ ਹੋ। ਆਪਣੇ ਮੂੰਹ ਤੇ ਇੱਕ ਇੱਕ ਬਣਾ ਲਓ ਕਿ ਸਾਡੀ ਜੀਭ ਜੋ ਕਰੇ ਉਹ ਵਧੀਆ ਕਰੇ। ਹੁਣ ਅੱਗੇ ਜਾ ਕੇ ਹੁਣ ਪਰਮੇਸ਼ਵਰ ਇਹ ਦੱਸ ਰਿਹਾ ਕਿ ਜਿਵੇਂ ਹਰ ਇਨਸਾਨ ਆਪਣੇ ਆਪ ਨੂੰ ਬੁੱਧੀਵਾਨ ਤੇ ਸਿਆਣਾ ਸਮਝਦਾ ਵਾ, ਜਿਹੜਾ ਆਪਣੇ ਆਪ ਨੂੰ ਸਿਆਣਾ ਤੇ ਬੁੱਧੀਵਾਨ ਸਮਝਦਾ ਆ ਉਹ ਹਮੇਸ਼ਾ ਕਹੇਗਾ ਉਹਨੇ ਉਹ ਕਰ ਦਿੱਤਾ, ਉਹਨੇ ਇਹ ਕਰ ਦਿੱਤਾ, ਉਹਨੇ ਉਹ ਕਰ ਦਿੱਤਾ, ਮੇਰੇ ਤੋਂ ਬਿਨਾਂ ਨਹੀਂ ਹੋਣਾ, ਮੈਂ ਆ ਕਰ ਦਿੱਤਾ। ਕਿਉਂਕਿ ਉਹ ਆਪਣੇ ਆਪ ਨੂੰ ਬੁੱਧੀਵਾਨ, ਉਹ ਸਿਆਣਾ ਸਮਝ ਰਿਹਾ ਵਾ, ਦੂਸਰੇ ਨੂੰ ਮੂਰਖ ਸਮਝ ਰਹੇ ਹੋ। ਪਰ ਇੱਥੇ ਵਚਨ ਅੱਜ ਦੱਸ ਰਿਹਾ ਵਾ ਕਿਹੜਾ ਇਨਸਾਨ ਵਾ ਜਿਹੜਾ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ। ਉਹ ਸਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ। ਜੇ ਕੋਈ ਤੁਹਾਡੇ ਵਿੱਚੋਂ ਬੁੱਧਵਾਨ ਆ, ਜੇ ਕੋਈ ਤੁਹਾਡੇ ਵਿੱਚੋਂ ਸਿਆਣਾ ਵਾ, ਤਾਂ ਉਹ ਸ਼ੁਭ ਚਾਲ ਦੇ ਨਾਲ, ਆਪਣੇ ਚੰਗੇ ਚਾਲ ਚੱਲਣ ਤੋਂ, ਬੁੱਧ ਦੀ ਨਰਮਾਈ ਦੇ ਨਾਲ ਆਪਣਾ ਕਰਮ ਵਿਖਾਵੇ। ਉਹ ਆਪਣੀ ਬੁੱਧੀ ਦੇ ਨਾਲ ਨਰਮ ਹੋ ਕੇ ਸਾਹਮਣੇ ਪੇਸ਼ ਆਵੇ। ਕਦੇ ਨਾ ਪੇਸ਼ ਆਵੇ? ਨਰਮਾਈ ਦੇ ਨਾਲ, ਗੁੱਸੇ ਨਾਲ, ਕ੍ਰੋਧ ਨਾਲ ਨਹੀਂ ਕਿਹਾ। ਪਰਮੇਸ਼ਵਰ ਇਹ ਨਹੀਂ ਕਹਿੰਦਾ ਤੁਹਾਡੇ ਘਰ ਰੋਣਾ ਪਿੱਟਣਾ ਨਹੀਂ ਹੋਵੇਗਾ, ਮੈਂ ਤੁਹਾਨੂੰ ਆਨੰਦ ਦੇ ਰਿਹਾ ਵਾਂ, ਪਰ ਤੁਸੀਂ ਉਹ ਸ਼ੈਤਾਨ ਦਾ ਸਾਹਮਣਾ ਕਰੋਗੇ ਜਦੋਂ ਨਰਮ ਹੋ ਕੇ, ਤੇ ਸ਼ੈਤਾਨ ਤੁਹਾਡੇ ਅੱਗੋਂ ਭੱਜ ਜਾਏਗਾ। ਹਾਲੇਲੂਇਆ। ਨਰਮ ਹੋਣਾ ਸਿੱਖ ਲਈਏ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਬੜੇ ਸਿਆਣੇ ਆ, ਅਸੀਂ ਬੜੇ ਚਤਰ ਆ, ਤਾਂ ਜੇ ਤੁਹਾਨੂੰ ਗੁੱਸਾ ਤਾਂ ਕ੍ਰੋਧ ਦਾ ਤੁਸੀਂ ਹੱਲ ਕਰ ਰਹੇ ਹੋ, ਤਾਂ ਫਿਰ ਵਚਨ ਦੇ ਵਿੱਚ ਲਿਖਿਆ ਨਹੀਂ, ਮੂੰਹ ਸਾਡਾ ਫੁੱਲਿਆ ਹੋਵੇ, ਅੱਖਾਂ ਚੋਂ ਸਾਡੇ ਦੂਰੋਂ ਲੱਭੇ ਗੁੱਸਾ ਵਾ, ਕ੍ਰੋਧ ਆ, ਹੈ ਭਾਵੇਂ ਮੂੰਹ ਨਹੀਂ ਬੋਲ ਰਹੇ ਪਰ ਅੰਦਰ ਦੀ ਕਰਤਨ ਨੂੰ ਬਾਹਰ ਕੱਢਣਾ ਆ। ਤੁਸੀਂ ਉਹੋ ਜਿਹੇ ਹੋਵੋ ਜਿਹੋ ਜਿਹੇ ਤੁਸੀਂ ਕੁਝ ਸਮਾਂ ਪਹਿਲਾਂ ਸੀ, ਜਿੱਦਾਂ ਦੇ ਅੱਜ ਇਸ ਜਗ੍ਹਾ ਤੇ ਹੋ, ਇਹੋ ਜਿਹੇ ਜਾ ਕੇ ਆਪਣੇ ਘਰਾਂ ਦੇ ਵਿੱਚ ਹੋਣਾ ਚਾਹੀਦਾ। ਫਿਰ ਪਰਮੇਸ਼ਵਰ ਕਹਿੰਦਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਤੁਸੀਂ ਬੁੱਧੀਵਾਨ ਹੋ ਜੇ ਤੁਸੀਂ ਇਹੋ ਜਿਹੇ ਕੰਮ, ਬੁਰੇ ਕੰਮ ਕਰ ਰਹੇ ਹੋ। ਮੈਂ ਨਹੀਂ ਕਹਿ ਰਿਹਾ ਤੁਸੀਂ ਬੁੱਧੀਵਾਨ ਨਹੀਂ ਹੋ, ਤੁਸੀਂ ਸਿਆਣੇ ਨਹੀਂ ਹੋ। ਬੁੱਧੀਵਾਨ ਤੇ ਸਿਆਣਾ ਉਹ ਹੈ ਕਿਹੜਾ ਹੈ? ਉਹ ਸ਼ੁਭ ਚਾਲ ਤੋਂ, ਤੁਹਾਡੇ ਚਾਲ ਚੱਲਣ ਸ਼ੁਭ ਹੋਣ, ਤੁਹਾਡਾ ਚਾਲਾ ਵਧੀਆ ਹੋਵੇ, ਤੁਸੀਂ ਸਿਆਣਪ ਦੇ ਨਾਲ ਚੱਲਣ ਵਾਲੇ ਹੋਵੋ, ਤਾਂ ਬੁੱਧ ਦੀ ਨਰਮਾਈ ਦੇ ਨਾਲ ਆਪਣਾ ਕਰਮ ਵਿਖਾਓ, ਆਪਣੇ ਕੰਮ ਦੱਸੋ। ਤੁਹਾਡੇ ਕੰਮ ਨਜ਼ਰ ਆਣੇ ਚਾਹੀਦੇ ਆ, ਗੱਲਾਂ ਨਹੀਂ। ਗੱਲਾਂ ਤੋਂ ਬਹੁਤ ਦੁਨੀਆ ਕਰ ਰਹੀ ਹੈ, ਪਰ ਕਲਾਮ 'ਚ ਲਿਖਿਆ ਗੱਲਾਂ ਨਜ਼ਰ ਨਾ ਆਉਣ, ਤੁਹਾਡੇ ਕੰਮ ਨਜ਼ਰ ਆਉਣ। ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਤੇ ਧਰੇਬਾਜ਼ੀ ਕਰਦੇ ਹੋ, ਤਾਂ ਸਚਾਈ ਦੇ ਵਿਰੁੱਧ ਨਾ ਗੁਮੰਡ ਕਰੋ, ਨਾ ਝੂਠ ਮਾਰੋ। ਹਾਲੇਲੂਇਆ। ਜੇ ਤੁਹਾਡੇ ਅੰਦਰ ਆਪਣੇ ਦਿਲ ਵਿੱਚ ਤਿੱਖੀ ਅਣਖ ਤੇ ਧਰੇਬਾਜ਼ੀ ਰੱਖਦੇ ਹੋ, ਧਰੇਬਾਜ਼ੀਆਂ ਪਾਲਣੀਆਂ ਪਰਮੇਸ਼ਵਰ ਨੂੰ ਪਸੰਦ ਨਹੀਂ ਹੈਗੀਆਂ। ਪਰਮੇਸ਼ਵਰ ਕਹਿੰਦਾ ਇੱਕੋ ਜਿਹਾ ਸਭ ਨੂੰ ਪਿਆਰ ਕਰੋ। ਇੱਕ ਦੇ ਲਈ ਤੁਹਾਡੇ ਮੂੰਹ ਦੇ ਵਿੱਚੋਂ ਪਿਆਰ ਬੜੇ ਲੱਭ ਜਾਣ, ਦੂਸਰੇ ਲਈ ਨਫ਼ਰਤ ਆਵੇ, ਈਰਖਾ ਆਵੇ, ਖੁਦਾ ਕਹਿੰਦਾ ਨਹੀਂ, ਉੱਥੇ ਤੁਹਾਡੀ ਬਰਕਤ ਰੁਕ ਜਾਏਗੀ। ਜੇ ਸਾਡੀਆਂ ਕੁਝ ਬਰਕਤਾਂ ਰੁਕੀਆਂ ਵਾ, ਕੁਝ ਪ੍ਰੋਬਲਮ ਆ ਰਹੀ ਹੈ, ਤਾਂ ਇਹਦੇ ਮਤਲਬ ਅਸੀਂ ਪਰਮੇਸ਼ਵਰ ਨੂੰ ਪਸੰਦ ਨਹੀਂ ਹੈਗੇ। ਦੂਸਰਿਆਂ ਦੇ ਵੱਲ ਧਿਆਨ ਮਤ ਦਈਏ। ਹੋ ਸਕਦਾ ਕਿ ਖੁਦਾ ਤੁਹਾਨੂੰ ਉਹਨਾਂ ਨਾਲੋਂ ਵੀ ਬਿਹਤਰ ਬਣਾਉਣਾ ਚਾਹੁੰਦਾ ਆ, ਤੁਹਾਨੂੰ ਹੀਰੇ ਬਣਾਉਣਾ ਚਾਹੁੰਦਾ ਵਾ, ਕਿ ਤੁਹਾਡੇ ਵਿੱਚੋਂ ਉਹ ਚੀਜ਼ਾਂ ਕੱਢਣੀਆਂ ਚਾਹੁੰਦਾ ਵਾ। ਜਿੱਦਣ ਤੁਸੀਂ ਆਪਣੇ ਅੰਦਰੋਂ ਇਹ ਬੁਰਾਈਆਂ ਨੂੰ ਬਾਹਰ ਕੱਢ ਦੂੰਗੇ, ਹਰ ਇੱਕ ਨੂੰ ਪਿਆਰ ਕਰਨਾ ਸਿਖਾਏਗਾ, ਤੁਸੀਂ ਨਰਮਈ ਦੇ ਨਾਲ ਚੱਲੂਗੇ। ਧਰੇਬਾਜ਼ੀਆਂ, ਜੇ ਆਪਣੇ ਦਿਲ ਵਿੱਚ ਤਿੱਖੀ ਅਣਖ ਤੇ ਧਰੇਬਾਜ਼ੀ ਕਰਦੇ ਹੋ, ਤਾਂ ਸੱਚਾਈ ਦੇ ਵਿਰੁੱਧ ਨਾ ਗੁਮੰਡ ਕਰੋ, ਨਾ ਝੂਠ ਮਾਰੋ। ਹੁਣ ਹਰ ਇੱਕ ਇਨਸਾਨ ਕਹਿੰਦਾ ਮੈਂ ਤੇ ਸੱਚ ਹੀ ਬੋਲਦਾ, ਮੈਂ ਤੇ ਕਦੇ ਝੂਠ ਹੀ ਨਹੀਂ ਬੋਲਿਆ। ਪਰਮੇਸ਼ਵਰ ਕਹਿੰਦਾ ਜੇ ਕੰਮ ਤੁਹਾਡੇ ਵਿੱਚ ਨਹੀਂ ਹੈ, ਜੇ ਤੁਹਾਡੇ ਵਿੱਚ ਧਰੇਬਾਜ਼ੀ ਹੈ, ਜੇ ਤੁਹਾਡੇ ਵਿੱਚ ਈਰਖਾ ਆ, ਜੇ ਤੁਹਾਡੇ ਵਿੱਚ ਐਸੀ ਸਚਾਈ ਨਹੀਂ ਹੈਗੀ, ਤਾਂ ਤੁਸੀਂ ਸਮਝੋ ਝੂਠ ਮਾਰਦੇ ਹੋ। ਗੁਮੰਡ ਕਾਹਦਾ ਆ? ਗੁਮੰਡ ਕਰੋ ਪਰਮੇਸ਼ਵਰ ਦੇ ਨਾਮ ਦੇ ਵਿੱਚ, ਕਿ ਅਸੀਂ ਗੁਮੰਡ ਕਰਦੇ ਆਪਣੇ ਪਰਮੇਸ਼ਵਰ ਦੇ ਵਿੱਚ।
कि साडा परमेश्वर महान है। असी घमंड नहीं करना। घमंड करना वा तो अपने परमेश्वर दे उत्ते करो। असी प्रभु नूं बहुत प्यार करते हाँ। परमेश्वर कहता जदों तुहाडे काम नज़र आउणगे तो उदों तुहाडे परमेश्वर की बेइज्जती होवेगी। तो जदों तुहाडे कामां दे द्वारा तुहाडे बोलण दे द्वारा वो परमेश्वर दे लोग तुसीं नहीं कहाए जांदे, अपने मूँह चों जिन्ना मर्जी कही जाओ। इस वास्ते कि वो झूठे लोग ने। ये तो वो बुद्ध नहीं ਜਿਹੜੀ ਉੱਪਰੋਂ ਉੱਤਰ ਆਉਂਦੀ ਹੈ, ਸਗੋਂ ਸੰਸਾਰੀ ਪ੍ਰਾਣਿਕ ਸਤਾਨੀ ਹੈ। ਜਿਹੜੀ ਤੁਸੀਂ ਸੰਸਾਰ ਦੇ ਲੋਕਾਂ ਦੇ ਨਾਲ ਤੁਸੀਂ ਚੱਲ ਰਿਹਾ ਵਾ ਸਿਸਟਮ, ਕਹਿੰਦਾ ਉਹ ਉੱਪਰੋਂ ਨਹੀਂ ਆਈ, ਉਹ ਸਤਾਨ ਦੇ ਵੱਲੋਂ ਆ। ਜਿਹੜੀ ਬੁੱਧ ਦੇ ਨਾਲ ਤੁਸੀਂ ਚੱਲ ਰਹੇ ਹੋ ਉਹ ਸਤਾਨ ਦੇ ਵੱਲੋਂ ਆ। ਕਿਉਂਕਿ ਜਿੱਥੇ ਈਰਖਾ ਤੇ ਧਰੇਬਾਜ਼ੀ ਹੁੰਦੀ ਹੈ ਉੱਥੇ ਕਮਸਾਨ ਤੇ ਹਰ ਭਾਅ ਦਾ ਮੰਦਾ ਕੰਮ ਹੁੰਦਾ ਹੈ। ਉੱਥੇ ਕੰਮ ਸਿੱਧੇ ਹੋਣਗੇ ਨਹੀਂ, ਪੁੱਠੇ ਕੰਮ ਹੋਣਗੇ ਜਿੱਥੇ ਈਰਖਾ ਹੋਏਗੀ। ਹੁਣ ਤੁਹਾਨੂੰ ਪਰਮੇਸ਼ਵਰ ਨੇ ਖੜਾ ਇਸੇ ਲਈ ਕਰ ਦਿੱਤਾ ਗਿਆ ਵਾ ਕਿ ਤੁਸੀਂ ਈਰਖਾ ਵਾਲਾ ਜਿਹੜਾ ਪਾੜਾ ਵਾ ਉਹਨੂੰ ਖਤਮ ਕਰਨਾ ਆ। ਹਾਲੇਲੂਇਆ। ਤੁਸੀਂ ਈਰਖਾ ਵਾਲੇ ਪਾੜੇ ਨੂੰ ਖਤਮ ਕਰਨਾ ਆ। ਉਹ ਜਿਹੜਾ ਸ਼ੈਤਾਨ ਨੇ ਪਾੜਾ ਪਾ ਦਿੱਤਾ ਵਾ, ਤੁਹਾਨੂੰ ਇਹ ਨਹੀਂਗਾ ਕਿਹਾ ਗਿਆ ਕਿ ਤੁਸੀਂ ਇਸ ਪਾੜੇ ਨੂੰ ਹੋਰ ਵੱਡਾ ਕਰ ਦਿਓ ਈਰਖਾ ਕਰਕੇ। ਖੁਦਾ ਨੇ ਇਹ ਵਚਨ ਤੁਹਾਡੇ ਲਈ ਆ, ਕਿਉਂਕਿ ਤੁਸੀਂ ਖੁਦਾ ਦੇ ਲੋਕ ਹੋ। ਇੱਥੇ ਦੁਨੀਆ ਤੇ ਕਿੰਨੀ ਦੁਨੀਆ ਵਾ, ਬਹੁਤ ਲੋਕ ਹੈ। सब अपने घर च नच रहे ने, टप रहे ने, नशे कर रहे ने, बुरा बोल रहे ने, गंदे काम कर रहे ने, पैसे ना ब्लैस हो रहे ने। लेकिन वो मत देखो, वो लोग पारा पाउण वाले बनाए गए ने, पर तुहानू परमेश्वर ने पारिया नू पद्धरिया करने लई बनाया गया वा। हुण की लिखिया, कहंदा दुष्ट कुहारा कई जन ਤਿੰਨੋਂ ਹੀ ਤੋਰਨ। ਕੁਹਾਰੇ ਦਾ ਕੰਮ ਕੀ ਹੈ? ਪਾੜਾ ਪਾਉਣਾ। ਦੁਸ਼ਟ ਤੇ ਕੁਹਾਰਾ ਕਈ ਜਨ, ਤੇ ਕਈ ਦਾ ਕੰਮ ਕੀ ਆ? ਪਾਰ ਪਾ ਦੇਣਾ। ਤੇ ਦੁਸ਼ਟ ਦਾ ਕੰਮ ਕੀ ਆ? ਜਿੱਥੇ ਬੈਠਾ ਉਸ ਘਰ ਨੂੰ ਪਾੜ ਦੇਣਾ। ਉਹਦੀਆਂ ਗੱਲਾਂ ਉਹਨੂੰ ਦੱਸ ਦੇਣੀਆਂ, ਉਹਦੀਆਂ ਉਹਨੂੰ ਦੱਸ ਕੇ ਕਿਸ ਤਰੀਕੇ ਦੇ ਨਾਲ ਦੁਸ਼ਟ ਦਾ ਕੰਮ ਹੀ ਆ ਵੀ ਇਹਨਾਂ ਦੇ ਘਰਾਂ ਦੇ ਵਿੱਚ, ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੋਵੇ। पर कहता तुसी दुष्ट कुहारा ते कई नहीं बनना। तुसी की बनना वा? फिर परमेश्वर ने तुहानू बनाया, कहता सूई संत ते सुहागा। सूई दा काम है पाटे होए नू सी देना, ते सुहागे दा काम की है? पारियां नू पद्धरिया कर देना। ते संतां दा काम की है? विसरियां नू मिला देना। हालेलुया। और आपां इहो जे तुसी बनना वा कि असीं पारे नू सीना वा, फटे हुए कपड़े नू सी देना आ। और सुहागा जेरे पार पे ने उन्हां नू पद्धरिया कर दिंदा वा। कहंदा सूई सुहागा संत जन तिन्नों ही जोड़न। इन्हां दा काम की आ? जोड़ना। ते दुष्ट दा कुहारे दा कई दा काम आ तोड़ना। इसलिए कि परमेश्वर ने तुहानू बनाया वा मिलाप कराउण दे लई कि तुसी एक दूसरे दे नाल प्यार करो। पर ये जिथे ईर्खा धरेबाजियां वा उत्थे जाके उन्हां दे दिलां चों बाहर कढ दो। अपना प्यार दिखाओ, इन्नी हिम्मत रखो, इन्नी शक्ति रखो अपने अंदर कि असी यहोवा दे लोग आ। मैं परमेश्वर दी बेटी हां, मैं परमेश्वर दा बेटा वां, मैं इस पारे नू खत्म करना आ। तां यहोवा किन्ना प्यार करेगा, उहदा अजर तुहानू दवेगा, क्योंकि तुसी उहदी आवाज़ नू सुन रहे हो। तां जे तुसी उस घमसान चों, वो जंग चों, वो धरेबाजियां तो बाहर निकलना वा, तां कहंदा क्योंकि जिथे ईर्खा ते धरेबाजी हुंदी है उत्थे कमसान ते हर भाव दे मंदा काम हुंदा वा। पर जेरी बुद्ध उपरों है, हालेलुया हालेलुया,
ਇਹ ਸੀ ਨੀਚੇ ਦੀ ਬੁੱਧ, ਜਿਹੜੀ ਸਤਾਨ ਵੱਲੋਂ ਬੁੱਧ ਸੀ, ਤੁਸੀਂ ਉਹ ਲੱਭ ਰਹੇ ਸੀ। ਇਹ ਉਹ ਬੁੱਧ ਸੀ ਨਾ ਲੋਕਾਂ ਦੇ ਵਿੱਚ, ਪਰ ਤੁਸੀਂ ਉਸ ਬੁੱਧ ਦੇ ਵਿੱਚ ਸਾਂਝੀ ਨਹੀਂ ਹੋਣਾ। ਤੁਸੀਂ ਉਸ ਬੁੱਧ ਦੇ ਵਿੱਚ ਸਾਂਝੀ ਹੋਣਾ ਵਾ ਜਿਹੜੀ ਸਵਰਗ ਦੇ ਵਿੱਚੋਂ, ਜਿਹੜੀ ਬੁੱਧ ਉੱਪਰੋਂ ਆਈ ਹੈ। ਉਹ ਤਾਂ ਪਹਿਲਾਂ ਪਵਿੱਤਰ ਹੈ। ਹਾਲੇਲੂਇਆ। ਹੁਣ ਜਿਹੜੀ ਬੁੱਧ ਤੁਹਾਡੇ ਲਈ ਇਸਤੇਮਾਲ ਕੀਤੀ ਗਈ ਹੈ, ਆ ਜਿਹੜੀ ਪਹਿਲਾਂ ਬੁੱਧ ਦੱਸੀ ਹੈ ਸ਼ੈਤਾਨ ਦੇ ਵੱਲੋਂ ਸੀ, ਉਹ ਤੁਹਾਡੇ ਵਾਸਤੇ ਨਹੀਂ ਸੀ ਹੈਗੀ। ਤੁਸੀਂ ਈਰਖਾ, ਧਰੇਬਾਜ਼ੀਆਂ ਤੋਂ, ਲੜਾਈਆਂ ਤੋਂ, ਝਗੜਿਆਂ ਤੋਂ ਬਾਹਰ ਨਿਕਲੋ। ਹੁਣ ਪਰਮੇਸ਼ਵਰ ਕਹਿ ਰਿਹਾ, ਮੇਰੇ ਬੱਚਿਓ, ਮੈਂ ਤੁਹਾਡੇ ਲਈ ਹੁਣ ਬੁੱਧੀ ਭੇਜ ਰਿਹਾ ਵਾਂ, ਜੋ ਕਲਾਮ ਦੇ ਵਿੱਚ ਲਿਖਿਆ, ਜਿਹਦੇ ਕੋ ਬੁੱਧ ਦਾ ਘਾਟਾ ਵਾ ਮੇਰੇ ਕੋ ਮੰਗੇ, ਮੈਂ ਬਿਨਾਂ ਉਲਾਮੇ ਦਵਾਂਗਾ। ਹੁਣ ਬੁੱਧ ਕਿਹੜੀ ਮੰਗ ਰਹੇ ਹੋ? ਕਹਿੰਦਾ ਬੁੱਧ ਤੋਂ ਪਹਿਲਾਂ ਹੀ ਹੈਗੀ ਸੀ। ਤਾਂ ਪਰਮੇਸ਼ਵਰ ਕਹਿ ਰਿਹਾ ਵਾ ਬੁੱਧ ਮੰਗੋ ਤੇ ਤੁਹਾਨੂੰ ਦਿੱਤੀ ਜਾਏਗੀ। ਇਹਦਾ ਮਤਲਬ ਕਿ ਸਾਡੇ ਕੋਲ ਬੁੱਧ ਨਹੀਂ ਸੀ ਹੈਗੀ? ਕਹਿੰਦਾ ਬੁੱਧ ਹੈਗੀ ਸੀ, ਪਰ ਪਰਮੇਸ਼ਵਰ ਦੇ ਕਲਾਮ ਦੇ ਵਿੱਚ ਲਿਖਿਆ, ਉਹ ਜਿਹੜੀ ਬੁੱਧ ਪਹਿਲਾਂ ਸੀ ਉਹਨੂੰ ਇਸਤੇਮਾਲ ਨਹੀਂ ਕਰਨਾ। ਉਹਨੂੰ ਲਾ ਦੋ ਸਟੋਰ ਦੇ ਵਿੱਚ। ਅੱਜ ਜਿਹੜੀ ਪਹਿਲਾ ਬੁੱਧ ਸੀ ਉਹਨੂੰ ਸੁੱਟ ਦੋ ਕੂੜੇ ਦੇ ਵਿੱਚ, ਉਹਨੂੰ ਕੱਢ ਦੋ ਆਪਣੇ ਸਰੀਰ ਦੇ ਵਿੱਚੋਂ। ਅੱਜ ਪ੍ਰਭੂ ਨੇ ਜੋ ਵਾਅਦਾ ਕੀਤਾ, ਤੁਸੀਂ ਦੁਆਵਾਂ ਕਰਦੇ ਹੋ ਆਪਣੇ ਘਰਾਂ ਦੇ ਵਿੱਚ, ਆਪਣੇ ਮੇਰੇ ਬੱਚਿਆਂ ਨੂੰ, ਰੱਬਾ ਅੱਛੀ ਬੁੱਧ ਦੇ ਦੇ, ਮੈਨੂੰ ਬੁੱਧੀ ਦੇ, ਤੂੰ ਵਚਨ 'ਚ ਲਿਖਿਆ ਵਾ, ਜਿਹਦੇ ਕੋ ਬੁੱਧ ਦਾ ਘਾਟਾ ਮੇਰੇ ਕੋ ਮੰਗੇ, ਮੈਂ ਬਿਨਾਂ ਉਲਾਮੇ ਦਵਾਂਗਾ। ਤਾਂ ਅੱਜ ਉਹ ਪਰਮੇਸ਼ਵਰ ਬਿਨਾਂ ਉਲਾਮੇ ਤੋਂ ਤੁਹਾਡੀਆਂ ਦੁਆਵਾਂ ਨੂੰ ਸੁਣ ਕੇ ਤੇ ਤੁਹਾਨੂੰ ਉਹ ਬੁੱਧ ਦੇਣ ਵਾਲਾ ਵਾ। ਹੁਣ ਇਸ ਬੁੱਧ ਨੂੰ ਪਕੜ ਲਈਏ, ਇਸ ਬੁੱਧ ਨੂੰ ਰਿਸੀਵ ਕਰ ਲਈਏ। ਕਹਿੰਦਾ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ। ਨੰਬਰ 1, ਪਵਿੱਤਰਤਾਈ ਸਾਡੀਆਂ ਜ਼ਿੰਦਗੀਆਂ 'ਚ ਹੋਣੀ ਬਹੁਤ ਜ਼ਰੂਰੀ ਹੈ। ਫਿਰ ਮਿਲਣਸਾਰ। ਹੁਣ ਜਿਹੜੀ ਬੁੱਧੀ ਦੇ ਰਿਹਾ ਨਾ ਪਰਮੇਸ਼ਵਰ, ਉਹ ਕਿੱਦਾਂ ਦੀ ਆ? ਉਹ ਪਵਿੱਤਰ ਹੈ, ਉਹ ਮਿਲਣਸਾਰ ਹੈ, ਉਹ ਸ਼ੀਲ ਸੁਭਾਅ ਆ, ਉਹ ਰਹਿਤ ਵਾ, ਉਹ ਦਇਆ ਤੇ ਚੰਗਿਆਈ, ਉਹ ਫਲਾਂ ਦੇ ਨਾਲ ਭਰਪੂਰ, ਉਹ ਦਵੈਤ ਭਾਵ ਤੋਂ ਰਹਿਤ ਅਤੇ ਨਿਸ਼ਟ ਕਪਟ ਹੁੰਦੀ ਹੈ। ਹਾਲੇਲੂਇਆ। ਹੁਣ ਕਿੰਨਿਆਂ ਨੇ ਦੇਖਣਾ ਵੀ ਕਿਹੜੀ ਬੁੱਧੀ ਆਪਾਂ ਲੈਣੀ ਹੈ। ਹੁਣ ਜਿਹੜੀ ਬੁੱਧੀ ਈਰਖਾ ਵਾਲੀ ਸੀ, ਜਲਣ ਵਾਲੀ ਸੀ, ਧਰੇਬਾਜ਼ੀਆਂ ਵਾਲੀ ਸੀ, ਉਹ ਨਹੀਂ ਆਪਾਂ ਲੈਣੀ। ਹੁਣ ਤੁਸੀਂ ਤੇ ਚੰਗੀ ਲੈ ਕੇ ਚੱਲੇ ਹੋ, ਤਾਂ ਜਦੋਂ ਤੁਸੀਂ ਘਰਾਂ 'ਚ ਜਾਣਾ ਵਾ, ਰਿਸ਼ਤੇਦਾਰਾਂ ਨੂੰ ਮਿਲਣਾ ਵਾ, ਉਹਨਾਂ ਕੋਲੋਂ ਤੇ ਧਰੇਬਾਜ਼ੀਆਂ ਵਾਲੀ ਆ, ਉਹਨਾਂ ਕੋ ਤੇ ਈਰਖਾ ਵਾਲੀ ਹੈ, ਹਨਾ, ਉਹਨਾਂ ਕੋ ਤੇ ਸ਼ੈਤਾਨੀ ਬੁੱਧ ਹੈ। ਪਰ ਤੁਸੀਂ ਉਹ ਜਿਹੜੇ ਪਾਰੇ ਆ ਉਹ ਖਤਮ ਕਰ ਰਹੇ ਆ। ਉਹ ਪਰਮੇਸ਼ਵਰ ਨੇ ਤੁਹਾਡੀ ਡਿਊਟੀ ਲਾਈ ਹੋਈ ਹੈ। ਉਹਨਾਂ ਨੂੰ ਜਦੋਂ ਤੁਹਾਡੇ ਕੋਲੋਂ ਤੁਹਾਡੀ ਬੁੱਧ ਇੰਨੀ ਮਹਾਨ ਜਿਹੜੀ ਉੱਪਰੋਂ ਸਵਰਗ ਦੇ ਵਿੱਚੋਂ ਆਈ ਹੈ, ਜਦੋਂ ਤੁਸੀਂ ਇਹਨੂੰ ਗ੍ਰਹਿਣ ਕਰ ਲਿਆ, ਤਾਂ ਉਹਨਾਂ ਦੀ ਬੁੱਧ ਤੁਹਾਡੇ ਸਾਹਮਣੇ ਫਿੱਕੀ ਪੈ ਜਾਏਗੀ। ਉਹ ਤੁਹਾਡੇ ਸਾਹਮਣੇ ਘੁਟਨੇ ਟੇਕਣਗੇ। ਹਾਲੇਲੂਇਆ। ਇਹ ਯਹੋਵਾ ਦਾ ਵਾਅਦਾ ਵਾ, ਇਹ ਯਹੋਵਾ ਦਾ ਵਚਨ ਵਾ। ਕਹਿੰਦਾ ਤੁਸੀਂ ਮੇਰੀ ਬੁੱਧ ਨੂੰ ਲੈ ਕੇ ਤਾਂ ਦੇਖੋ, ਇਹ ਮੇਰੀ ਬਰਕਤ ਅੱਜ ਮੈਂ ਤੁਹਾਡੇ ਉੱਤੇ ਵਹਾ ਰਿਹਾ ਵਾਂ। ਜਿਹੜੀਆਂ ਤੁਹਾਡੀਆਂ ਜ਼ਬਾਨਾਂ ਨੇ ਪਰੇਸ਼ਾਨੀਆਂ ਕੀਤੀਆਂ, ਤੁਹਾਡੇ ਬੋਲਾਂ ਨੇ ਪਰੇਸ਼ਾਨੀਆਂ ਕੀਤੀਆਂ, ਤੁਸੀਂ ਅਣਖ ਦੇ ਨਾਲ ਜੀਓਗੇ, ਤੁਸੀਂ ਚੱਲੋਗੇ, ਔਰ ਤੁਹਾਡੇ ਚੱਲਣ ਦੇ ਵਿੱਚ ਆਨੰਦ ਹੋਵੇਗਾ, ਤੁਹਾਡੇ ਬੈਠਣ ਦੇ ਵਿੱਚ ਆਨੰਦ ਹੋਵੇਗਾ, ਕਿਉਂਕਿ ਤੁਹਾਨੂੰ ਸਤਾਉਣਾ ਨਹੀਂ ਪਵੇਗਾ। ਤੁਸੀਂ ਸੱਚੇ ਹੋ, ਤੁਸੀਂ ਉਸ ਬੁੱਧ ਨੂੰ ਗ੍ਰਹਿਣ ਕਰ ਲਿਆ ਵਾ। ਕਿਹੜੀ ਬੁੱਧ ਨੂੰ? ਹੁਣ ਇਹ ਬੁੱਧ ਕੰਮ ਕਰਦੀ, ਮੈਂ ਦੁਬਾਰਾ ਰਿਪੀਟ ਕਰਦਾ ਵਾਂ, ਜੋ ਲੋਕ ਸੁਣ ਰਹੇ ਹੋ ਜਰਾ ਗੌਰ ਦੇ ਨਾਲ ਲਿਖ ਲਵੋ ਇਸ ਬੁੱਧ ਨੂੰ। ਉਹ ਬੁੱਧ ਪਵਿੱਤਰ ਹੈ, ਉਹ ਮਿਲਣਸਾਰ ਹੈ, ਉਹ ਹਰ ਇੱਕ ਨੂੰ ਮਿਲਦੇ ਨੇ ਲੋਕ, ਪਿਆਰ ਕਰਨ ਵਾਲੇ ਲੋਕ। ਪ੍ਰਭੂ ਨੇ ਵਾਰ-ਵਾਰ ਕਿਹਾ ਮੈਂ ਪਿਆਰ ਕਰਨ ਵਾਲਾ ਵਾਂ, ਮੈਂ ਲੋਕਾਂ ਨੂੰ ਮੈਂ ਪਿਆਰ, ਜਿੰਨਾ ਪਿਆਰ ਮੈਂ ਕੀਤਾ ਤੁਸੀਂ ਵੀ ਇਸੇ ਤਰ੍ਹਾਂ ਕਰਕੇ ਵਿਖਾਓ ਜਰਾ। ਯਿਸੂ ਮਸੀਹ ਵਰਗੇ ਬਹਾਨਾ ਮੇਰੇ ਬੱਚਿਓ। ਤੁਹਾਡੇ ਤੇ ਕੀ ਪਰੇਸ਼ਾਨੀਆਂ? ਇਹਨਾਂ ਨੂੰ ਨਥਿੰਗ ਕੁਛ ਨਹੀਂ ਹੈ। ਯਿਸੂ ਮਸੀਹ ਵੱਲ ਝਾਤੀ ਮਾਰੋ ਜਰਾ, ਫਿਰ ਆਪਣੇ ਵੱਲ ਦੇਖੋ। ਪਹਿਲਾ ਅਟੈਕ ਕੀਤਾ, ਉਹਨੂੰ ਦਾੜੀਓਂ ਫੜ ਕੇ ਲੈ ਕੇ ਗਏ। ਦਾੜੀ ਨੂੰ ਕੀ, ਤੁਹਾਡੇ ਲਾਗੇ ਦੂਰੋਂ ਹਾਥੀ ਚੁੱਕ ਲੇ ਕੋਈ ਤੇ ਉਹਦੇ ਤੇ ਟੈਕ ਜ਼ਬਰਦਸਤ। ਪਰ ਯਿਸੂ ਮਸੀਹ ਨੇ ਕੁਛ ਨਹੀਂ ਕਿਹਾ। ਦੂਸਰਾ ਅਟੈਕ, ਉੱਤੇ ਥੁੱਕਿਆ ਗਿਆ।
पर वो शील सुभाਅ सी। कहंदा वो उपरों वो बुद्धि आई सी, तां वो जिहड़ी उपरों बुद्धि आई सी ਉਹੀ पवित्र सी, वो मिलसार सी, वो शील सुभाव सी। अपना सुभाव जेड़ा वो शील बना लो, अपने आप नूं मारो। असीं मर चुके हाँ, इहदियां गल्लां दा मेरे ते कोई असर नहीं हैगा। दुष्ट तुहाडा कुछ नहीं गा बिगाड़ सकदा, सिर्फ तुहानूं परेशान कर सकदा वा। पर तुसी तुहाडे को ढाल मिल गई है, तुसी हसना वा, परेशान नहीं होना। वो तुहाडा कुछ नहीं बिगाड़ सकदा, सिर्फ तुहानूं परेशान कर सकदा वा। परेशान चिंता दे विच डुब जाओ और रोवो और परमेश्वर तू मैनूं कुछ नहीं दिता, कहो नहीं ये दुष्ट आ, ये शैतानी बुद्ध है। पर मैं इहदी बुद्ध विच आण के अपनी जिहड़ी मैनूं परमेश्वर ने बुद्ध दित्ती आ, मैं उहनूं नहीं छड्डांगा। हुण जिहड़ी बुद्ध परमेश्वर ने दित्ती वो पवित्र है, वो मिलनसार है। हर एक नूं मिलो। जे तुहानूं किसी ने नहीं बुलाया तो उहनूं तुसीं बुला लो। मेरे लागों दी लंघ गया, मैनूं बुलाया ही नहीं, दस असीं इह तां की बिगाड़िया सी। ते जे तुहाडे विच चंगा पाने आ ते तुसीं बुला लो, जाके उहनूं आवाज़ मारो, तुसीं बुला लो उहनूं, तुहाडा कुछ नहीं बिगड़ेगा। क्यों कि तुहानूं परमेश्वर ने वचन दे नाल शील सुभाव कीता वा, उहनूं नहीं कीता। उन्हें लख दे तुहानूं क्लीयर कर दिता वा कि उहदे विच शैतानी बुद्ध आ और तुहाडे विच मिलनसार वाली बुद्ध वा, तुहाडे विच पवित्रताई वाली बुद्ध वा, तुहाडा सुभाव शील है। ਜਿਹੜੇ ਹੁਣ ਇੱਕ ਦਸੀਏ मैं दसदा, ਹੁਣ एक कंपनी ने छोटी गड्डी बना दी, वो छोटे छोटे रस्ते तो जा रही है, जिन्ना ਉਹਦੇ ਕੋਲ पावर है वो यूज हो रहा, वो गड्डी तुसीं इस्तेमाल कर रहे हो। हुण एक कंपनी ने 4x4 तैयार कर दी है, ਉਹਦੇ ਵਿੱਚ ਵਧੀਆ ਚੀਜ਼ਾਂ ਪਾ ਦਿੱਤੀਆਂ ਵਾ, हैवी पा ਦਿੱਤੀਆਂ ਆ। ਤਾਂ ਜੇ ਉਹ ਕਵੇ कि जिस रस्ते सादी मैं नंगे आऊँ भी उसे रस्ते आवे, वो नहीं आ सकती। जिन्ना सफ़र तुसी तय कर सकते हो वो तुहाडी उस तरीके नाल वो नहीं कर सकती, क्योंकि उन्होंने लांच ही उस तरह किया गया, उहदे विच पावर घट दी गई आ। ਜਿਹੜੇ फंक्शन उहदे विच दिते गए ने वो तुहाडे विच नहीं हैगे, तुहाडे विच हैवी है। वो अधिकार तुहानूं दिते गए ने कि वो रस्ते नहीं लंघ सकते, वो रस्ते तुसी लंघो। हालेलुया। तुसी 4x4 हो, तुहानूं पावर दिती गई है कि जिन्ना रस्तियां नूं उन्हां ने तय नहीं किया, कठिन रस्तियां नूं तुसी तय करो ते तुसी उन्हां रस्तियां नूं पद्धरियां कर दो, क्योंकि तुसी परमेश्वर वल्लों तुहानूं बुद्ध मिली हुई है। वो शील सुभाव हन तो रहत दया अते चंगियां फलां नाल भरपूर। तुहाडे विच फ्रूट परमेश्वर तुहाडे को नजर चाहुंदा आ, तुहाडे चों नजर आउण। तुहाडे विच वो मंगदा वा चंगियां गल्लां, तुहाडे मूँह चों गालां, तुहाडे मूँह चों ईरखा, तुहाडे मूँह चों चुगली, वो इदां करदी सी, वो उदां करदा सी, लेकिन तुहानूं की मतलब आ? पर जेरी भैन जेरा वीर अपने गवांढी दे लई, अपने परिवार दे लई, अपने रिश्तेदार दे लई किसी कोलों बैठ के चुगली करदा वा, चुगली करदी आ, उत्ते ब्लेम लाउंदी आ, लाउंदा आ, वो दुष्ट दे विच गिणिया जांदा आ। वो किहदे गिणिया जांदा वा? दुष्ट दे विच। ते अपने आप नूं की समझना, मैं चातर हां। पर बाइबल कहती नहीं, तू सियाणा है ही नहीं, तू सियाणा नहीं है। क्यों? कि तू धरेबाजियां पाल रहा वा।
ਪਰ ਪਰਮੇਸ਼ਵਰ ਕਹਿੰਦਾ ਤੁਸੀਂ, ਮੈਂ ਤੁਹਾਡੇ ਕੋਲੋਂ ਕੀ ਚਾਹੁੰਦਾ ਵਾਂ? ਮੈਂ ਚੰਗੀਆਂ ਫਲਾਂ ਨਾਲ ਭਰਪੂਰ, ਦਵੈਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਆ ਉਹ ਜਿਹੜੀ ਬੁੱਧ ਮੈਂ ਤੁਹਾਨੂੰ ਦੇਣ ਜਾ ਰਿਹਾ ਵਾਂ, ਉਹਦੇ ਵਿੱਚ ਇਹ ਦਵੈਤ ਨਹੀਂ ਹੈਗੀ, ਉਹ ਰਹਿਤ ਵਾ ਅਤੇ ਨਿਸ਼ਕਪਟ ਹੁੰਦੀ ਹੈ, ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ। ਹਾਲੇਲੂਇਆ। ਕਿੰਨਿਆਂ ਲੋਕਾਂ ਨੇ ਸੋਚਿਆ ਕਿ ਵਾਕਈ ਅਸੀਂ ਇਦਾਂ ਕਰਦੇ ਹਾਂ। ਮੈਂ ਵੀ ਕਹਿੰਦਾ, ਮੈਂ ਵੀ ਕਦੇ ਕਦੇ ਕਰਦਾ ਸੀ। ਤੁਸੀਂ ਤੁਹਾਡੇ ਚੋਂ ਕਰਦਾ ਕੋਈ ਇਹੋ ਜਿਹਾ ਕਿਹਦੀ ਈਰਖਾ, ਬੇਈਮਾਨੀ, ਜਲਨ ਕਿਸੇ ਹੈਗੀ ਆ? ਇੰਨੇ ਧਰਮੀ ਤਾਂ ਨਹੀਂ ਹੈਗੇ ਤੁਸੀਂ। ਮੈਂ ਹੱਥ ਨਾ ਖੜਾ ਕਰੂੰਗੀ ਤਾਂ ਕਰਾਂਗਾ ਤੇ ਕੀ? ਉਹ ਤੁਸੀਂ ਤੇ ਆਪਣੇ ਵੇਖ ਕੇ ਰਾਜੀ ਨਹੀਂ ਹੈਗੇ ਕਿਸੇ ਨੂੰ। ਰੋਜ਼ ਆਪਣੇ ਘਰ ਵਾਲਿਆਂ ਨੂੰ ਗਾਲਾਂ ਕੱਢਦੇ ਹੋ, ਗਵਾਂਢੀ ਨੂੰ। ਈਰਖਾ, ਬੇਈਮਾਨੀ ਅੱਜ ਤੋਂ ਬਾਅਦ ਛੱਡ ਦਿਓ ਇਹਨਾਂ ਨੂੰ, ਠੀਕ ਹੈ? ਮੈਂ ਵੀ ਛੱਡ ਦਿੱਤਾ। ਇੰਨੇ ਧਰਮੀ ਨਹੀਂ ਹੈਗੇ, ਪਰ ਅੱਜ ਤੋਂ ਬਾਅਦ ਤੁਹਾਨੂੰ ਬੁੱਧ ਦਿੱਤੀ ਗਈ ਆ। ਗਾਲਾਂ ਨਹੀਂ ਕੱਢਣੀਆਂ, ਕਿਸੇ ਦਾ ਬੁਰਾ ਨਹੀਂ ਕਰਨਾ। ਜੇ ਤੁਹਾਡੇ ਘਰਾਂ 'ਚ, ਰਿਸ਼ਤੇਦਾਰਾਂ 'ਚ ਕੋਈ ਪ੍ਰੋਬਲਮ ਆ, ਤੁਹਾਨੂੰ ਮਾफ़ ਕਰੋ ਔਰ ਦੂਈ ਦਵੈਤ ਨੂੰ ਬਾਹਰ ਕੱਢੋ, ਈਰਖਾ ਨੂੰ ਬਾਹਰ ਕੱਢੋ। ਹੁਣ ਤੁਹਾਨੂੰ ਬੁੱਧ ਮਿਲ ਗਈ ਆ। ਹੁਣ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਇਸ ਬੁੱਧ ਨੂੰ ਇਸਤੇਮਾਲ ਕਰਨਾ ਵਾ ਜਾਂ ਨਹੀਂ ਮਰਨਾ। ਮੈਂ ਦੁਬਾਰਾ ਰਿਪੀਟ ਕਰਦਾ ਵਾਂ, ਜਿਹੜੀ ਤੁਹਾਨੂੰ ਬੁੱਧ ਮਿਲੀ ਹੈ ਉਹਦੇ ਕੰਮ ਇਹ ਨੇ। ਉਹਦੇ ਕੰਮ ਕਿਹੜੇ ਨੇ? ਪਵਿੱਤਰ। ਨੰਬਰ 1 ਪਵਿੱਤਰਤਾ ਹੀ ਹੋਣੀ ਬਹੁਤ ਜ਼ਰੂਰੀ ਹੈ। ਫਿਰ ਮਿਲਣਸਾਰ ਹੋਵੋ, ਇੱਕ ਦੂਜੇ ਨੂੰ ਜ਼ਰੂਰ ਮਿਲੋ। ਸ਼ੀਲ ਸੁਭਾਅ ਹੋਵੋ, ਤੁਹਾਡਾ ਸੁਭਾਅ ਇੰਨਾ ਸ਼ੀਲ ਹੋਵੇ, ਤੁਹਾਨੂੰ ਕੋਈ ਗਾਲਾਂ ਕੱਢ ਜੇ, ਕੁਝ ਕਰ ਜੇ, ਤੁਸੀਂ ਫੇਰ ਗਾੜੀ ਮੁਸਕਰਾਉਂਦੇ ਫਿਰੋ। ਇੰਨੀ ਪਾਵਰ ਰੱਖਦੇ ਹੋ। ਹੱਠ ਤੋਂ ਰਹਿਤ, ਦਇਆ ਅਤੇ ਚੰਗੀਆਂ ਫਲਾਂ ਨਾਲ ਭਰਪੂਰ, ਦਵੈਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ, ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ। ਕਿਸੇ ਦੇ ਤੁਹਾਨੂੰ ਕੋ ਆਣ ਕੇ ਕਿਸੇ ਨੇ ਕੋਈ ਦੱਸਿਆ, ਕਿਸੇ ਦੇ ਬੱਚੇ ਦੀ, ਮਾਂ ਦੀ, ਘਰ ਦੀ ਕੋਈ ਪ੍ਰੋਬਲਮ ਆ, ਤਾਂ ਉਹਦਾ ਮਿਲਾਪ ਕਰਾਓ। ਉਹਨੂੰ ਕੋ ਨਹੀਂ, ਤੇਰੇ ਪਰਿਵਾਰ ਤੈਨੂੰ ਬਹੁਤ ਪਿਆਰ ਕਰਦਾ ਆ, ਬਹੁਤ ਅੱਛੇ ਹੋ ਤੁਸੀਂ, ਬਹੁਤ ਵਧੀਆ, ਤੇਰੀ ਮਾਂ ਬੜੀ ਅੱਛੀ, ਤੇਰੀ ਭੈਣ ਬੜੀ ਅੱਛੀ, ਤੇਰਾ ਭਰਾ ਬਹੁਤ ਵਧੀਆ ਵਾ, ਤੇਰਾ ਬਾਪ ਤੇ ਬਹੁਤ ਪਿਆਰ ਕਰਦਾ ਤੈਨੂੰ। ਲੇਕਿਨ ਖੁਦਾ ਉਹ ਰਿਸ਼ਤਿਆਂ ਨੂੰ ਤੁਹਾਨੂੰ ਮਿਲਾਪ ਕਰਾਉਣ ਦੇ ਲਈ ਪਰਮੇਸ਼ਰ ਨੇ ਬਣਾਇਆ ਵਾ। ਹੁਣ ਅੱਗੇ 4:1 ਦੇ ਵਿੱਚ ਆਉਂਦਾ ਵਾ ਕਿ ਤੁਸੀਂ ਲੜਦੇ ਕਿਉਂ ਹੋ? ਹਾਲੇਲੂਇਆ। ਘਰਾਂ 'ਚ ਲੜਾਈਆਂ ਤੇ ਝਗੜੇ ਕਿਉਂ ਹੁੰਦੇ ਨੇ? ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਹੈਗੇ। ਹਾਲੇਲੂਇਆ। ਦੇਖੀਏ, ਲੜਾਈਆਂ ਕਿੱਥੋਂ ਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਇੱਥੋਂ ਨਹੀਂ, ਅਰਥਾਤ ਤੁਹਾਡਿਆਂ ਹੀ ਭੋਗ ਵਿਲਾਸਾਂ ਤੋਂ, ਜਿਹੜੇ ਤੁਹਾਡੀਆਂ ਇੰਦਰੀਆਂ ਦੇ ਵਿੱਚ ਯੁੱਧ ਕਰਦੇ ਨੇ। ਤੁਸੀਂ ਆਪਣੀਆਂ ਹੀ ਜਿਹੜੀ ਸੋਚ ਲੈਂਦੇ ਆਪਾਂ ਕਿ ਉਹ ਮੈਨੂੰ ਇੱਦਾਂ ਕਰੇ, ਮੈਂ ਬੈਠਾ ਵਾਂ, ਉਹ ਮੇਰੇ ਲਈ ਇੱਦਾਂ ਖਾਣਾ ਲੈ ਕੇ ਆਵੇ, ਉਹ ਮੈਨੂੰ ਆਹ ਚੀਜ਼ ਪੁੱਛੇ, ਮੈਨੂੰ ਪਾਣੀ ਨਹੀਂ ਪੁੱਛਿਆ, ਮੈਨੂੰ ਉਹ ਨਹੀਂ ਕੀਤਾ, ਮੇਰੀ ਰਿਸਪੈਕਟ ਨਹੀਂ ਕੀਤੀ ਗਈ, ਮੈਂ ਗਿਆ, ਮੈਨੂੰ ਪਿੱਛੇ ਬਿਠਾ ਦਿੱਤਾ ਗਿਆ, ਮੈਂ ਗਿਆ, ਮੇਰੇ ਨਾਲ ਬੋਲੇ ਹੀ ਨਹੀਂ ਹੈਗੇ, ਅਸੀਂ ਗਏ ਉੱਥੇ, ਆਹ ਕੁਝ ਨਹੀਂ ਹੋਇਆ। ਕਿਉਂਕਿ ਕਹਿੰਦਾ ਤੁਸੀਂ ਆਪਣਿਆਂ ਹੀ ਭੋਗ ਵਿਲਾਸਾਂ ਦੇ ਵਿੱਚ ਗੁੱਝ ਗਏ ਹੋ। ਲੇਕਿਨ ਲੜਾਈਆਂ ਤੇ ਝਗੜੇ ਕਿੱਥੋਂ ਆਉਂਦੇ ਨੇ? ਤੁਹਾਡੇ ਆਪਣੇ ਹੀ ਭੋਗ ਵਿਲਾਸਾਂ ਦੇ ਵਿੱਚੋਂ। ਤੁਸੀਂ ਚਾਹੁੰਦੇ ਹੋ ਕਿ ਮੇਰੀ ਉਹ ਰਿਸਪੈਕਟ ਕਰੇ, ਮੈਨੂੰ ਆਹ ਦੇਵੇ, ਮੈਨੂੰ ਆਹ ਚੀਜ਼ਾਂ ਮੈਨੂੰ ਮੁਹੱਈਆ ਹੋਣੀਆਂ ਚਾਹੀਦੀਆਂ ਸੀ। ਅਗਰ ਨਹੀਂ ਹੋਈਆਂ ਤਾਂ ਪਰਮੇਸ਼ਵਰ ਨੇ ਤੁਹਾਨੂੰ ਇੱਕ ਚੰਗੇ ਇਨਸਾਨ ਬਣਾਇਆ ਵਾ। ਕਹਿੰਦਾ ਇਹ ਚੀਜ਼ਾਂ ਛੱਡ ਦਿਓ, ਆਸ ਰੱਖਣੀ ਛੱਡ ਦੇਵੋ ਕਿਸੇ ਦੇ ਉੱਤੇ। ਜਦੋਂ ਅਸੀਂ ਕਿਸੇ ਤੇ ਆਸ ਰੱਖ ਕੇ ਬੈਠੇ ਆ, ਆਹ ਕੰਮ ਹੋਣਾ ਚਾਹੀਦਾ ਵਾ, ਉਹ ਨਹੀਂ ਹੁੰਦਾ, ਤਾਂ ਫਿਰ ਉਹ ਲੜਾਈਆਂ ਤੇ ਝਗੜੇ, ਕਲੇਸ਼ ਇੱਥੋਂ ਹੀ ਆਉਂਦੇ ਨੇ। ਆਹ ਚੀਜ਼ ਤੇ ਮੇਰਾ ਅਧਿਕਾਰ ਸੀ, ਆਹ ਚੀਜ਼ ਮੈਨੂੰ ਨਹੀਂ ਦਿੱਤੀ ਗਈ। ਆਪਣੇ ਹੀ ਕਹਿੰਦਾ ਤੁਹਾਡੇ ਆਪਣੇ ਹੀ ਭੋਗ ਵਿਲਾਸ ਨੇ, ਜਿੱਥੋਂ ਲੜਾਈਆਂ ਝਗੜੇ ਕਲੇਸ਼ ਤੁਹਾਡੀਆਂ ਵਿੱਚ ਆਉਂਦੇ ਨੇ, ਉਹਨੂੰ ਛੱਡ ਦਿਓ। ਜੇ ਕਿਸੇ ਨੇ ਤੁਹਾਨੂੰ ਪੁੱਛ ਲਿਆ ਤਾਂ ਵੀ ਆਲ ਦੀ ਬੈਸਟ ਆ, ਨਹੀਂ ਪੁੱਛਿਆ ਤਾਂ ਵੀ ਆਲ ਦੀ ਬੈਸਟ। ਉਹ ਜਿਹੜੀਆਂ ਚੀਜ਼ਾਂ ਉਹ ਕਿਉਂ ਭੋਗ ਵਿਲਾਸ ਜਿਹੜੇ ਆ, ਉਹ ਤੁਹਾਡੀਆਂ ਇੰਦਰੀਆਂ ਦੇ ਵਿੱਚ ਯੁੱਧ ਕਰ ਰਹੇ ਨੇ। ਹਾਲੇਲੂਇਆ। ਉਹ ਤੁਹਾਡੀਆਂ ਇੰਦਰੀਆਂ ਦੇ ਵਿੱਚ, ਤੁਹਾਡੇ ਸਰੀਰ 'ਚ ਉਹ ਯੁੱਧ ਕਰ ਰਹੇ ਨੇ, ਤੁਹਾਨੂੰ ਕਹਿ ਰਹੇ ਨੇ ਆਹ ਕੰਮ ਨਹੀਂ ਕੀਤਾ ਇਹਨੇ, ਮੇਰੇ ਨਾਲ ਚੰਗਾ ਬੋਲਿਆ ਹੀ ਨਹੀਂ ਹੈਗਾ। ਅਸੀਂ ਘਰ ਗਏ, ਉਹਨਾਂ ਨੇ ਸਾਨੂੰ ਕੱਲੀ ਚਾਹ ਪਿਆਤੀ, 10 ਜੇ ਪਕੌੜੇ ਕੱਢ ਲੈਂਦੇ ਤਾਂ ਕੀ ਫਰਕ ਪੈ ਚੱਲਿਆ ਸੀ? ਹੈਂ, ਜਦੋਂ ਇਹ ਸਾਡੇ ਕੋਲ ਆਏ ਹੀ, ਅਸੀਂ ਪਕੌੜੇ ਵੀ ਕੱਢੇ, ਗੁਲਾਬ ਜਾਮਨੂੰ ਵੀ ਲਿਆਂਦੇ, ਤੇ ਦੱਸ ਇਹਨਾਂ ਨੇ ਫੋਕੀ ਚਾਹ ਬਿਸਕੁਟ ਨਾਲ ਪਿਆਲ ਦਿੱਤੀ ਸਾਨੂੰ। ਇਹ ਚੀਜ਼ਾਂ ਜਿਹੜੀਆਂ ਵਾ, ਤੁਹਾਡੀ ਈਗੋ ਹੀ ਇਨਸਾਨ ਨੂੰ ਨਹੀਂ ਜੀਣ ਦਿੰਦੀ। ਆਪਣੇ ਆਪ ਨੂੰ ਖਤਮ ਕਰੋ।
ਔਰ ਇਹ ਮੰਨ ਕੇ ਚੱਲੋ ਕਿ ਅਸੀਂ ਮਰ ਗਏ ਆ। ਪ੍ਰਭੂ ਨੇ ਕੀ ਕਿਹਾ? ਆਪਣੇ ਆਪ ਨੂੰ ਮਾਰੋ, ਫਿਰ ਤੁਸੀਂ ਯਿਸੂ ਮਸੀਹ ਦੇ ਵਿੱਚ ਜਿੰਦਾ ਹੋਵੋਗੇ। ਤੇ ਮਾਰੋ ਕਿੱਥੇ? ਦੁਨੀਆ ਦੇ ਵਿੱਚੋਂ। ਦੁਨੀਆ ਦੇ ਵਿੱਚੋਂ ਮਾਰੋ ਆਪਣੇ ਆਪ ਨੂੰ। ਦੁਨੀਆ ਤੇ ਆਸ ਨਾ ਰੱਖੋ। ਉਹੀ ਸਾਡੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ। ਤਾਂ ਇਹ ਜਦੋਂ ਤੁਸੀਂ ਮਾਰ ਲਓਗੇ, ਤੁਹਾਡੀਆਂ ਇੰਦਰੀਆਂ 'ਚ ਯੁੱਧ ਕਰਨਾ ਉਹ ਬੰਦ ਕਰ ਦੇਗੀ। ਤੁਹਾਡੇ ਭੋਗ ਬਲਾਸ ਜਦੋਂ ਖਤਮ ਹੋ ਜਾਣਗੇ, ਫਿਰ ਤੁਸੀਂ ਸਭ ਨੂੰ ਪਿਆਰ ਕਰਨ ਵਾਲੇ ਹੋ ਜਾਓਗੇ। ਤੁਸੀਂ ਲੋਭ ਕਰਦੇ ਹੋ ਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਤੇ ਈਰਖਾ ਕਰਦੇ ਹੋ ਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਝਗੜਾ ਤੇ ਲੜਾਈ ਕਰਦੇ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਂਦਾ। ਇਸ ਲਈ ਜੋ ਮੰਗਦੇ ਨਹੀਂ, ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ। ਕਿਉਂ? ਜੋ ਬਦਨੀਤੀ ਨਾਲ ਮੰਗਦੇ ਹੋ, ਭਈ ਆਪਣੀਆਂ ਭੋਗ ਬਲਾਸਾਂ ਦੇ ਵਿੱਚ ਉਡਾ ਦਿਓ। ਕਹਿੰਦਾ ਮੰਗੋ ਪਰਮੇਸ਼ਵਰ ਦੇ ਕੋਲੋਂ ਨੀਵੇਂ ਹੋ ਕੇ, ਮੰਗੋ ਈਰਖਾ ਨੂੰ ਬਾਹਰ ਕੱਢ ਕੇ। ਜੇ ਕੋਈ ਚੀਜ਼ਾਂ ਸਾਨੂੰ ਨਹੀਂ ਪ੍ਰਾਪਤ ਹੋ ਰਹੀਆਂ ਤਾਂ ਕਿਤੇ ਨਾ ਕਿਤੇ ਸਾਡੇ ਵਿੱਚ ਪ੍ਰੋਬਲਮ ਆ। ਪਰਮੇਸ਼ਵਰ ਤੁਹਾਨੂੰ ਪਤਾ ਨਹੀਂ ਕਿੰਨਾ ਉੱਚਾ ਲੈ ਕੇ ਜਾਣਾ ਚਾਹੁੰਦਾ ਵਾ। ਜੇ ਤੁਸੀਂ ਕਹਿ ਰਹੇ ਹੋ ਮੈਂ 4 ਘੰਟੇ ਪ੍ਰਾਰਥਨਾ ਕਰਦਾ ਵਾਂ, ਕਰਦੀ ਹਾਂ, ਤਾਂ ਵੀ ਮੇਰੀ ਨਹੀਂ ਸੁਣੀ ਜਾ ਰਹੀ। ਦੂਸਰਾ ਅੱਧਾ ਘੰਟਾ ਹੀ ਦੁਆ ਕਰਦਾ ਵਾ ਤੇ ਉਹਦੇ ਆਨੰਦ ਲੈ ਰਹੇ ਆ। ਉਹ ਤੁਹਾਨੂੰ ਪਰਮੇਸ਼ਵਰ ਧਰਤੀ ਦੇ ਉੱਤੇ ਵੀ ਆਨੰਦਿਤ ਔਰ ਸਵਰਗ ਦੇ ਵਿੱਚ ਨਾਲ ਲੈ ਕੇ ਜਾਣਾ ਚਾਹੁੰਦਾ ਵਾ। ਹਾਲੇਲੂਇਆ। ਜੇ ਤੁਸੀਂ ਉਹਨਾਂ ਲੋਕਾਂ ਦੇ ਕੰਮ ਦੇਖ ਰਹੇ ਹੋ, ਤੁਹਾਨੂੰ ਵਚਨ ਦੇ ਦੁਆਰਾ ਪਤਾ ਲੱਗ ਰਿਹਾ ਵਾ ਕਿ ਇਹਦੇ ਕੰਮ ਚੰਗੇ ਨਹੀਂ ਹੈਗੇ, ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸਵਰਗ ਦਾ ਰਸਤਾ ਇਹਨੇ ਬੰਦ ਕਰ ਲਿਆ। ਆਪਣਾ ਇੱਕ ਤੇ ਰਸਤਾ ਇਹਨੇ ਬੰਦ ਕਰ ਲਿਆ। ਦੂਸਰਾ ਰਸਤਾ ਤਾਂ ਜਿਹੜੇ ਸਵਰਗ ਦੇ ਰਾਜ ਦਾ ਰਸਤਾ ਬੰਦ ਵਾ, ਤਾਂ ਫਿਰ ਕਹਿੰਦਾ ਸਮੇਂ ਦਾ ਇੰਤਜ਼ਾਰ ਕਰੋ। ਖੁਦਾ ਕੋਈ ਟਾਈਮ ਨਹੀਂ ਲਾਉਂਦਾ, ਕਿੰਨੂੰ ਉਹਨੇ ਉੱਚੀਆਂ ਕਰਨਾ ਤੇ ਕਿੰਨੂੰ ਉਹਨੇ ਨੀਵਿਆਂ ਕਰਨਾ। ਬਟ ਤੁਹਾਡੇ ਮੂੰਹ ਚੋਂ ਇਹ ਗੱਲ ਨਹੀਂ ਫੱਬਦੀ। ਤੁਸੀਂ ਬਰਕਤ ਮੰਗੋ, ਪਿਆਰ ਕਰੋ, ਖੁਸ਼ ਹੋਵੋ, ਹੱਸੋ, ਖੁਸ਼ੀ ਦੇ ਵਿੱਚ ਆਨੰਦ ਰਵੋ, ਕਿਉਂਕਿ ਤੁਹਾਡਾ ਪਰਮੇਸ਼ਵਰ, ਤੁਹਾਡਾ ਪਿਤਾ ਤੁਹਾਡੇ ਬੋਲਣ ਤੋਂ ਬਿਨਾਂ ਹੀ ਜਾਣਦਾ ਆ ਕਿ ਮੇਰੇ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਉਹ ਕਹਿੰਦਾ ਜੇ ਮੈਂ ਆਪਣੇ ਇਕਲੌਤੇ ਪੁੱਤਰ ਦਾ ਸਰਫਾ ਨਹੀਂ ਕੀਤਾ ਤੇ ਕਿੱਕਰ ਮੈਂ ਤੁਹਾਨੂੰ ਬਾਕੀ ਦੀਆਂ ਵਸਤੂਆਂ ਨਹੀਂ ਦਵਾਂਗਾ? ਕੀ ਮੈਂ ਤੁਹਾਨੂੰ ਜਿਹੜੀਆਂ ਦੁਨੀਆ ਦੀਆਂ ਚੀਜ਼ਾਂ ਮੰਗ ਰਹੇ ਹੋ ਉਹ ਨਹੀਂ ਦਵਾਂਗਾ? ਮੈਂ ਤੁਹਾਡਾ ਪਰਮੇਸ਼ਵਰ ਆ। ਮੈਂ ਤੁਹਾਨੂੰ ਸਭ ਕੁਝ ਦੇਣ ਦੀ ਸਮਰਥ ਰੱਖਦਾ ਆ। ਮੇਰੇ ਤੇ ਸ਼ੱਕ ਨਾ ਕਰੋ, ਖੁਸ਼ ਹੋ ਕਿ ਮੈਂ ਤੁਹਾਡੇ ਕੋਲੋਂ ਫਿਰ ਤੁਹਾਨੂੰ ਉਹਦਾ ਪ੍ਰਤੀਫਲ ਦਿੰਦਾ ਆ। ਸੋ ਇਸ ਲਈ ਕਿ ਅੱਜ ਦਾ ਜੋ ਵਚਨ ਹੈ ਉਹ ਪਹਿਲਾਂ ਪਤਾ ਲੱਗਾ ਕਿ ਉਹ ਵਚਨ ਸੀ ਕਿ ਤੁਸੀਂ ਬਾਹਲੇ ਉਪਦੇਸ਼ਕ ਨਾ ਬਣੋ, ਸੱਚੇ ਬਣੋ ਤੇ ਪਰਮੇਸ਼ਵਰ ਦੇ ਅਸਲੀ ਧੀਆਂ ਤੇ ਪੁੱਤਰ ਬਣੋ। ਨੰਬਰ 2 ਕਿ ਤੁਸੀਂ ਪਰਮੇਸ਼ਵਰ ਦੇ ਵਿੱਚ ਵਧਦੇ ਜਾਓ ਔਰ ਖੁਦਾ ਤੁਹਾਨੂੰ ਵਧਾਵੇਗਾ। ਔਰ ਤੁਸੀਂ ਅੱਜ ਨਵੀਂ ਬੁੱਧੀ ਨੂੰ ਪ੍ਰਾਪਤ ਕੀਤਾ। ਜਿਹੜੀ ਦੁਨੀਆ ਕੋ ਬੁੱਧ ਵਾ, ਉਹਦੇ ਕੰਮ ਕੀ ਨੇ? ਈਰਖਾ, ਧਰੇਬਾਜ਼ੀਆਂ, ਬਿਪਤਾ। ਔਰ ਤੁਹਾਡੇ ਕੋ ਬੁੱਧ ਆ ਮਿਲਨਸਾਰ, ਪਵਿੱਤਰ, ਸ਼ੀਲ ਸੁਭਾਅ, ਨਰਮਈ। ਜਦੋਂ ਇਹ ਚੀਜ਼ ਤੁਸੀਂ ਨਰਮ ਹੋ ਜਾਓਗੇ ਤਾਂ ਫਿਰ ਤੁਹਾਡੀ ਬਰਕਤ ਨੂੰ ਕੋਈ ਖੋ ਨਹੀਂ ਪਾਵੇਗਾ। ਪ੍ਰਭੂ ਯਿਸੂ ਮਸੀਹ ਤੁਹਾਨੂੰ ਬਲੈਸ ਕਰੇ, ਆਸੀਸ਼ ਔਰ ਬਰਕਤ ਦੇਵੇ। ਔਰ ਲੜਾਈਆਂ ਝਗੜੇ ਜਿਹੜੇ ਆ ਅੱਜ ਉਹ ਆਸਾਂ ਰੱਖਣੀਆਂ ਛੱਡ ਦਿਓ ਲੋਕਾਂ ਦੇ ਉੱਤੋਂ ਵੀ ਉਹਨੇ ਘਰ ਮੈਨੂੰ ਕੀ ਖਵਾਇਆ ਸੀ, ਉਹ ਮੇਰੇ ਤੋਂ ਕਿੰਨੀ ਰਿਸਪੈਕਟ ਚਾਹੁੰਦਾ ਵਾ, ਨਹੀਂ ਚਾਹੁੰਦੇ। ਤੁਹਾਡਾ ਕੰਮ ਆ ਰਿਸਪੈਕਟ ਕਰਨੀ, ਠੀਕ ਹੈ। ਖਾਣਾ ਪੀਣਾ, ਭੋਗ ਬਲਾਸ, ਇਹ ਚੀਜ਼ਾਂ ਕੋਈ ਮੈਨਾ ਨਹੀਂ ਰਖਾਉਂਦੀਆਂ, ਕਿਉਂਕਿ ਅਸੀਂ ਸਵਰਗ ਦੇ ਰਾਜ ਵਿੱਚ ਜਾਣਾ ਆ। ਅਗਰ ਤੁਸੀਂ ਸਵਰਗ ਦੇ ਰਾਜ ਵਿੱਚ ਜਾਣਾ ਚਾਹੁੰਦੇ ਹੋ ਤਾਂ ਇਹ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਦੇ ਉੱਤੋਂ ਮੂੰਹ ਬੰਦ ਕਰ ਲਓ। ਮਿਲ ਜੇਗਾ ਆਲ ਦੀ ਬੈਸਟ, ਨਹੀਂ ਮਿਲੇਗਾ ਤਾਂ ਵੀ ਆਲ ਦੀ ਬੈਸਟ। ਓਨਾ ਹੀ ਪਿਆਰ ਕਰੋ ਅਗਲੇ ਨੂੰ।
ਜਿੰਨਾ ਤੁਹਾਨੂੰ ਉਹਨੇ ਪਨੀਰ ਚਿਕਨ ਕਈ ਕੁਝ ਖਵਾਇਆ ਹੋਵੇ, ਤਾਂ ਜਿੱਦਣ ਉਹਨੇ ਭੁਜੀਆ ਖਵਾਇਆ ਹੋਵੇ ਤਾਂ ਵੀ ਓਨਾ ਹੀ ਪਿਆਰ ਕਰੋ। ਹਾਲੇਲੂਇਆ। ਬਸ ਰਿਸਪੈਕਟ ਦਿਓ ਅਗਲੇ ਨੂੰ, ਖਾਣ ਪੀਣ ਤੱਕ ਸੀਮਤ ਨਾ ਹੋਵੋ। ਸਿਰਫ ਜ਼ਰੂਰਤ ਆ ਕਿ ਉਹਨੂੰ ਮਿਲਾਪ ਪ੍ਰਭੂ ਦਾ ਪਵਿੱਤਰ ਵਚਨ ਸੁਣਾਓ ਔਰ ਆਪ ਤੁਸੀਂ ਵਚਨ 'ਤੇ ਚੱਲੋ। ਜਦੋਂ ਤੁਸੀਂ ਵਚਨ 'ਤੇ ਚੱਲੋਗੇ ਤਾਂ ਖੁਦਾ ਤੁਹਾਡੇ ਹਾਲਾਤਾਂ ਨੂੰ ਬਦਲੇਗਾ, ਆਸੀਸ਼ ਔਰ ਬਰਕਤ ਦੇਵੇਗਾ। ਇਹ